Kanchan Outlook। ਸਤਨਾਮ ਸ਼੍ਰੀ ਵਾਹਿਗੁਰੂ ਜੀ। ਕਮੈਂਟ ਸੈਕਸ਼ਨ ਦੇ ਵਿੱਚ ਵਾਹਿਗੁਰੂ ਟਾਈਪ ਕਰਕੇ ਫਤਿਹ ਕਬੂਲ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਆਪਣੇ ਸੁਝਾਅ ਅਤੇ ਸਵਾਲ ਵੀ ਕਮੈਂਟ ਕਰ ਸਕਦੇ ਹੋ। ਤੁਹਾਡੇ ਸੁਝਾਵਾਂ ਦੇ ਉੱਤੇ ਕੰਮ ਕਰਨ ਦੀ ਅਤੇ ਤੁਹਾਡੇ ਸਵਾਲਾਂ ਦੇ ਛੇਤੀ ਤੋਂ ਛੇਤੀ ਜਵਾਬ ਦੇਣ ਦੀ ਪੂਰੀ ਕੋਸ਼ਿਸ਼ ਕੀਤੀ ਜਾਏਗੀ। ਹੁਣ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 148ਵੇਂ ਅੰਗ ਦੀ ਵਿਆਖਿਆ ਕਰਦੇ ਹਾਂ ਜੀ। ਮਹਿਲਾ ਪਹਿਲਾ। ਮਤ ਪੰਖੇਰੂ ਕਿਰਤ ਸਾਥ ਕਬ ਉੱਤਮ ਕਬ ਨੀਚ, ਕਬ ਚੰਦਨ ਕਬ ਅਕ ਡਾਲ, ਕਬ ਉੱਚੀ ਪ੍ਰੀਤ, ਨਾਨਕ ਹੁਕਮ ਚਲਾਈਐ ਸਾਹਿਬ ਲੱਗੀ ਰੀਤ। ਮਤ ਤੋਂ ਭਾਵ ਇਨਸਾਨ ਦੀ ਅਕਲ ਤੇ ਪੰਖੇਰੂ ਤੋਂ ਭਾਵ ਪੰਛੀ। ਕਿਰਤ ਸ਼ਬਦ ਤੋਂ ਅਰਥ ਵੈਸੇ ਤੇ ਕਿਰਤ ਹੀ ਹੁੰਦਾ ਹੈ, ਕੰਮਕਾਰ ਹੁੰਦਾ ਹੈ, ਪਰ ਇੱਥੇ ਜੋ ਅਰਥ ਹੈ ਉਹ ਹੈ ਕਿ ਜੋ ਅਸੀਂ ਪਿੱਛੇ ਆਪਣੀ ਜ਼ਿੰਦਗੀ ਦੇ ਵਿੱਚ ਕੰਮਕਾਰ ਕੀਤੇ ਨੇ, ਜਿੱਦਾਂ ਦੀ ਵੀ ਅਸੀਂ ਜ਼ਿੰਦਗੀ ਹੰਢਾਈ ਹੈ, ਉਸ ਦੇ ਕਰਕੇ ਸਾਡਾ ਉਸ ਤਰ੍ਹਾਂ ਦਾ ਸੁਭਾਅ ਬਣ ਗਿਆ ਹੈ। ਤਾਂ ਗੁਰੂ ਜੀ ਕਹਿ ਰਹੇ ਨੇ ਕਿ ਜੋ ਇਨਸਾਨ ਦੀ ਮੱਤ ਹੈ ਉਹ ਮੰਨ ਲਈਏ ਕਿ ਇੱਕ ਪੰਛੀ ਹੈ ਜੋ ਕਿ ਸਫ਼ਰ ਤੇ ਨਿਕਲਿਆ ਹੋਇਆ ਹੈ। ਉਸਨੇ ਜੋ ਵੀ ਪਿਛਲੀ ਜ਼ਿੰਦਗੀ ਦੇ ਵਿੱਚ, ਪਿਛਲੀ ਤੋਂ ਭਾਵ ਕੋਈ ਆਪਣੇ ਜਨਮ ਤੋਂ ਪਹਿਲਾਂ ਦੀ ਜ਼ਿੰਦਗੀ ਨਹੀਂ, ਜੋ ਵੀ ਜਿੰਨੀ ਜ਼ਿੰਦਗੀ ਉਸਨੇ ਹੰਢਾ ਰੱਖੀ ਹੈ, ਉਸ ਜ਼ਿੰਦਗੀ ਦੇ ਵਿੱਚ ਕੀਤੇ ਕੰਮਾਂ ਦੇ ਕਾਰਨ ਜੋ ਉਹਨੇ ਆਪਣਾ ਸੁਭਾਅ ਬਣਾ ਲਿਆ ਹੈ, ਜੋ ਆਪਣੀ ਸੋਚ ਬਣਾ ਲਈ ਹੈ, ਉਹ ਉਸ ਪੰਛੀ ਦੀ ਸਾਥੀ ਹੈ। ਜਿੱਦਾਂ ਦਾ ਉਹ ਸਾਥੀ ਹੈ ਉਹਦੇ ਹਿਸਾਬ ਨਾਲ ਕਦੇ ਤੇ ਉਹਦੀ ਜੋ ਮੱਤ ਹੈ ਉਹ ਉੱਤਮ ਹੋ ਜਾਂਦੀ ਹੈ, ਕਦੇ ਉਹਦੀ ਮੱਤ ਨੀਵੀਂ ਹੋ ਜਾਂਦੀ ਹੈ। ਤੇ ਇਨਸਾਨ ਦਾ ਮੱਤ ਰੂਪੀ ਇਹ ਜੋ ਪੰਛੀ ਹੈ, ਕਬ ਚੰਦਨ ਕਬ ਅਕ ਡਾਲੀ, ਕਿ ਕਦੇ ਤਾਂ ਇਹ ਚੰਦਨ ਦੇ ਬ੍ਰਿਖ ਤੇ ਬੈਠਦਾ ਹੈ ਤੇ ਕਦੇ ਇਹ ਅੱਕ ਦੇ ਉੱਤੇ ਬੈਠ ਜਾਂਦਾ ਹੈ, ਅੱਕ ਦੀ ਡਾਲੀ ਦੇ ਉੱਤੇ ਬੈਠ ਜਾਂਦਾ ਹੈ। ਹੁਣ ਚੰਦਨ ਨੂੰ ਉੱਤਮ ਮੰਨਿਆ ਜਾਂਦਾ ਹੈ, ਉਹਦੀ ਖੁਸ਼ਬੂ ਬੜੀ ਸੋਹਣੀ ਮੰਨੀ ਜਾਂਦੀ ਹੈ, ਤੇ ਅੱਕ ਨੂੰ ਇੱਕ ਜ਼ਹਿਰੀਲਾ ਪੌਦਾ ਮੰਨਿਆ ਜਾਂਦਾ ਹੈ। ਤਾਂ ਭਾਵ ਇੱਥੇ ਵੀ ਉਹੀ ਬਣਦਾ ਹੈ ਕਿ ਆਪਣੇ ਸੁਭਾਅ ਦੇ ਕਾਰਨ, ਆਪਣੀ ਸੋਚ ਦੇ ਕਾਰਨ ਕਦੇ ਮਨੁੱਖ ਚੰਗੇ ਪਾਸੇ ਵੱਲ ਨੂੰ ਜਾਂਦਾ ਹੈ, ਕਦੇ ਮਾੜੇ ਪਾਸੇ ਵੱਲ ਨੂੰ ਵੀ ਜਾਂਦਾ ਹੈ। ਕਬ ਉੱਚੀ ਪ੍ਰੀਤ, ਕਹਿੰਦੇ ਕਦੇ ਐਸਾ ਵੇਲਾ ਵੀ ਆਉਂਦਾ ਹੈ ਜਦੋਂ ਉਹਦੀ ਪ੍ਰੀਤ ਉਸ ਪਰਮਾਤਮਾ ਦੇ ਚਰਨਾਂ ਦੇ ਵਿੱਚ ਜੁੜੀ ਹੁੰਦੀ ਹੈ। ਪਰ ਇਹ ਗੱਲਾਂ ਇਨਸਾਨ ਦੇ ਵੱਸ ਦੀਆਂ ਨਹੀਂ। ਗੁਰੂ ਜੀ ਕਹਿੰਦੇ ਕਿ ਨਾਨਕ ਹੁਕਮ ਚਲਾਈਐ ਸਾਹਿਬ ਲੱਗੀ ਰੀਤ, ਕਿ ਧੁਰ ਤੋਂ ਹੀ ਇਹ ਰੀਤ ਤੁਰੀ ਆ ਰਹੀ ਹੈ ਕਿ ਉਹ ਪਰਮਾਤਮਾ ਹੀ ਜੀਵਾਂ ਨੂੰ ਆਪਣੇ ਹੁਕਮ ਦੇ ਵਿੱਚ ਚਲਾ ਰਿਹਾ ਹੈ। ਪੌੜੀ। ਕੇਤੇ ਕਹੇ ਵਖਾਣ ਕਹਿ ਕਹਿ ਜਾਵਣਾ, ਵੇਦ ਕਹੇ ਵਖਿਆਨ ਅੰਤ ਨਾ ਪਾਵਣਾ। ਕੇਤੇ ਤੋਂ ਭਾਵ ਕਿ ਕਿੰਨੇ ਹੀ ਬੇਅੰਤ ਹੀ ਜੀਵ ਉਸ ਪਰਮਾਤਮਾ ਦੇ ਗੁਣਾਂ ਦਾ ਵਖਿਆਨ ਕਰਦੇ ਆਏ ਹਨ, ਤੇ ਉਹ ਵਖਿਆਨ ਕਰਦੇ ਕਰਦੇ ਇਸ ਦੁਨੀਆ ਤੋਂ ਚਲੇ ਵੀ ਗਏ ਹਨ। ਵੇਦ ਆਦਿਕ ਧਾਰਮਿਕ ਪੁਸਤਕਾਂ ਦੇ ਵਿੱਚ ਵੀ ਉਸ ਪਰਮਾਤਮਾ ਦੇ ਗੁਣਾਂ ਦਾ ਬੇਅੰਤ ਵਖਿਆਨ ਸਾਨੂੰ ਪੜ੍ਹਨ ਨੂੰ ਮਿਲਦਾ ਹੈ, ਪਰ ਫਿਰ ਵੀ ਅੰਤ ਨਾ ਪਾਵਣਾ, ਕਿ ਉਸ ਦੇ ਗੁਣਾਂ ਦਾ ਅੰਤ ਨਹੀਂ ਪਾਇਆ ਜਾ ਸਕਦਾ। ਜਿੰਨੇ ਵੀ ਇਨਸਾਨ, ਜਿੰਨੀਆਂ ਵੀ ਪੁਸਤਕਾਂ ਅਸੀਂ ਲਿਖ ਲਈਏ ਉਸ ਪਰਮਾਤਮਾ ਦੇ ਗੁਣਾਂ ਦਾ ਵਖਿਆਨ ਕਰਦੀਆਂ ਹੋਈਆਂ, ਪਰ ਉਹਦੇ ਗੁਣਾਂ ਦਾ ਅੰਤ ਨਹੀਂ ਪਾਇਆ ਜਾ ਸਕਦਾ। ਅਸੀਂ ਕਰਾ ਕੇ ਵੀ ਉਹਦੇ ਸਾਰੇ ਗੁਣਾਂ ਨੂੰ ਜਾਣ ਨਹੀਂ ਸਕਦੇ ਤੇ ਉਹਨਾਂ ਨੂੰ ਲਿਖ ਨਹੀਂ ਸਕਦੇ। ਉਹ ਪਰਮਾਤਮਾ ਬੇਅੰਤ ਗੁਣਾਂ ਦਾ ਮਾਲਕ ਹੈ। ਪੜ੍ਹੀਐ ਨਾਹੀ ਭੇਦ ਬੁੱਝੀਐ ਪਾਵਣਾ, ਖਟ ਦਰਸ਼ਨ ਕੈ ਭੇਖ ਕਿਸੈ ਸੱਚ ਸਮਾਵਣਾ। ਪੜ੍ਹੀਐ ਨਾਹੀ ਭੇਦ ਭਾਵ ਕਿ ਧਾਰਮਿਕ ਪੁਸਤਕਾਂ ਪੜ੍ਹ ਕੇ ਵੀ ਕਿਸੇ ਨੇ ਉਸ ਪਰਮਾਤਮਾ ਦਾ ਭੇਦ ਨਹੀਂ ਪਾਇਆ, ਨਹੀਂ ਬੁੱਝਿਆ। ਬੁੱਝੀਐ ਪਾਵਣਾ, ਇੱਥੇ ਬੁੱਝਿਆ ਤੋਂ ਭਾਵ ਹੈ ਕਿ ਜਦੋਂ ਇਨਸਾਨ ਨੂੰ ਅਕਲ ਆ ਜਾਂਦੀ ਹੈ, ਉਹਦੀ ਮੱਤ ਉੱਚੀ ਹੋ ਜਾਂਦੀ ਹੈ, ਤਾਂ ਉਹ ਇਸ ਰਾਜ਼ ਨੂੰ ਸਮਝ ਜਾਂਦਾ ਹੈ। ਉਸ ਪਰਮਾਤਮਾ ਨੂੰ ਨਹੀਂ ਸਮਝ ਜਾਂਦਾ, ਉਹ ਇਸ ਰਾਜ਼ ਨੂੰ ਸਮਝ ਜਾਂਦਾ ਹੈ ਕਿ ਪਰਮਾਤਮਾ ਨੂੰ ਅੱਜ ਤਾਈਂ ਕਿਸੇ ਨੇ ਨਹੀਂ ਸਮਝਿਆ। ਖਟ ਦਰਸ਼ਨ ਕੈ ਭੇਖ ਭਾਵ ਕਿ 6 ਭੇਖਾਂ ਵਾਲੇ ਸਾਧੂ ਜੇਕਰ ਅਸੀਂ ਇੱਕ ਵੱਡੀ ਕੈਟਾਗਰੀ ਲੈ ਲਈਏ ਤਾਂ ਉਹਦੇ ਅੰਦਰ 6 ਭੇਖ ਆਉਂਦੇ ਨੇ। ਉਹਨੇ ਜੋਗੀ, ਜੰਗਮ, ਸੰਨਿਆਸੀ, ਬੋਧੀ, ਸਰੇਵੜੇ ਤੇ ਵੈਰਾਗੀ। ਕਹਿੰਦੇ ਕਿ ਇਹਨਾਂ ਭੇਖਾਂ ਵਾਲਾ ਬਾਹਰੀ ਲਿਬਾਸ ਪਾ ਕੇ ਵੀ ਕਿਸੇ ਨੇ ਉਸ ਪਰਮਾਤਮਾ ਨੂੰ ਨਹੀਂ ਲੱਭਿਆ, ਜਾਂ ਕੋਈ ਉਸ ਪਰਮਾਤਮਾ ਦੇ ਵਿੱਚ ਨਹੀਂ ਸਮਾ ਸਕਿਆ। ਖਟ ਦਰਸ਼ਨ ਕੈ ਭੇਖ ਕਿਸੈ ਸੱਚ ਸਮਾਵਣਾ, ਕਿਸੈ ਤੋਂ ਭਾਵ ਕਿ ਕਿਸੇ ਨੇ ਵੀ ਨਹੀਂ। ਸੱਚਾ ਪੁਰਖ ਅਲਖ ਸ਼ਬਦ ਸੁਹਾਵਣਾ, ਮੰਨੇ ਨਾਉ ਵਿਸੰਖ ਦਰਗਹਿ ਪਾਵਣਾ।
ਸੱਚਾ ਪੁਰਖ ਭਾਵ ਕਿ ਉਹ ਬੇਅੰਤ ਗੁਣਾਂ ਦਾ ਮਾਲਕ ਪਰਮਾਤਮਾ, ਅਲਖ ਤੋਂ ਭਾਵ ਅਦ੍ਰਿਸ਼ਟ। ਕਹਿੰਦੇ ਜੋ ਉਹ ਪਰਮਾਤਮਾ ਹੈ ਵੈਸੇ ਤਾਂ ਅਦ੍ਰਿਸ਼ਟ ਹੈ, ਪਰ ਸ਼ਬਦ ਸੁਹਾਵਣਾ। ਹੁਣ ਜਦੋਂ ਅਦ੍ਰਿਸ਼ਟ ਹੈ ਤੇ ਅਸੀਂ ਉਸ ਨੂੰ ਵੇਖ ਨਹੀਂ ਸਕਦੇ। ਜਿੰਨਾ ਚਿਰ ਅਸੀਂ ਕਿਸੇ ਚੀਜ਼ ਨੂੰ ਵੇਖਦੇ ਨਹੀਂ ਤੇ ਉਹਦੀ ਸੁੰਦਰਤਾ ਦਾ ਅਸੀਂ ਅੰਦਾਜ਼ਾ ਨਹੀਂ ਲਾ ਸਕਦੇ। ਪਰ ਪ੍ਰਮਾਤਮਾ ਹਾਲਾਂਕਿ ਅਦ੍ਰਿਸ਼ਟ ਹੈ, ਪਰ ਗੁਰੂ ਦੇ ਸ਼ਬਦਾਂ ਦੇ ਰਾਹੀਂ ਅਸੀਂ ਉਹਦੀ ਸੁੰਦਰਤਾ ਦਾ ਆਨੰਦ ਮਾਣ ਸਕਦੇ ਹਾਂ। ਇਹ ਗੱਲ ਗੁਰੂ ਜੀ ਇਹਨਾਂ ਪੰਕਤੀਆਂ ਦੇ ਵਿੱਚ ਕਹਿ ਰਹੇ ਨੇ ਕਿ ਸੱਚਾ ਪੁਰਖ ਅਲਖ ਸ਼ਬਦ ਸੁਹਾਵਣਾ, ਕਿ ਸ਼ਬਦ ਦੇ ਰਾਹੀਂ ਉਹ ਸੱਚਾ ਪੁਰਖ, ਉਹ ਪ੍ਰਮਾਤਮਾ ਸੁਹਾਵਣਾ ਲੱਗਦਾ ਹੈ। ਮੰਨੇ ਨਾਉ ਬਿਸੰਖ, ਬਿਸੰਖ ਤੋਂ ਭਾਵ ਅਸੰਖ ਦਾ, ਭਾਵ ਉਸ ਪ੍ਰਮਾਤਮਾ ਦਾ ਕਿ ਜਿਹੜਾ ਮਨੁੱਖ ਉਸ ਪ੍ਰਮਾਤਮਾ ਦਾ ਨਾਮ ਮੰਨਦਾ ਹੈ ਉਹ ਦਰਗਾਹ ਪਾਵਣਾ, ਉਹ ਉਹਦੀ ਹਜ਼ੂਰੀ ਦੇ ਵਿੱਚ ਅੱਪੜ ਜਾਂਦਾ ਹੈ। ਖਾਲਕ ਕਉ ਆਦੇਸ ਢਾਡੀ ਗਾਵਣਾ, ਨਾਨਕ ਜੁਗ ਜੁਗ ਏਕ ਮਨ ਵਸਾਵਣਾ। ਆਦੇਸ ਤੋਂ ਭਾਵ ਹੈ ਨਮਸਕਾਰ, ਤੇ ਖਾਲਕ ਤੋਂ ਭਾਵ ਹੈ ਕਿ ਉਹ ਖਾਲਸ, ਉਹ ਪਵਿੱਤਰ ਪ੍ਰਮਾਤਮਾ, ਕਿ ਜਿਹੜਾ ਮਨੁੱਖ ਉਹਦੇ ਨਾਮ ਨੂੰ ਮੰਨਦਾ ਹੈ, ਉਹਦੀ ਹਜ਼ੂਰੀ ਦੇ ਵਿੱਚ ਅੱਪੜਦਾ ਹੈ, ਉਹ ਉਸ ਪ੍ਰਮਾਤਮਾ ਨੂੰ ਨਮਸਕਾਰ ਵੀ ਕਰਦਾ ਹੈ, ਢਾਡੀ ਬਣ ਕੇ ਉਸ ਪ੍ਰਮਾਤਮਾ ਦੇ ਗੁਣ ਵੀ ਗਾਉਂਦਾ ਹੈ। ਤੇ ਨਾਲ ਦੀ ਨਾਲ ਹੀ ਹਰ ਯੁੱਗ ਦੇ ਵਿੱਚ ਮੌਜੂਦ ਰਹਿਣ ਵਾਲੇ, ਜੁਗ ਜੁਗ ਏਕ ਮਨ ਵਸਾਵਣਾ, ਹਰ ਯੁੱਗ ਦੇ ਵਿੱਚ ਮੌਜੂਦ ਰਹਿਣ ਵਾਲੇ ਪ੍ਰਮਾਤਮਾ ਨੂੰ ਆਪਣੇ ਮਨ ਦੇ ਵਿੱਚ ਵਸਾਉਂਦਾ ਹੈ। ਸ਼ਲੋਕ ਮਹਿਲਾ ਦੂਜਾ। ਮੰਤਰੀ ਹੋਏ ਅਠੂਹਿਆ, ਨਾਗੀ ਲੱਗਾ ਜਾਏ, ਆਪਣ ਹੱਥੀ ਆਪਣੈ ਦੇ ਕੂਚਾ ਆਪੇ ਲਾਏ। ਕਹਿੰਦੇ ਜਿਹੜਾ ਮਨੁੱਖ ਅਠੂਹਿਆਂ ਦਾ ਮਾਂਦਰੀ ਹੋ ਕੇ, ਮਾਂਦਰੀ ਭਾਵ ਮਦਾਰੀ, ਤੇ ਅਠੂਹੇ ਜਿਨ੍ਹਾਂ ਦੇ 8 ਪੈਰ ਹੁੰਦੇ ਨੇ, ਕਈ ਕੀੜੇ ਜਾਂ ਬਿੱਛੂ ਕਹਿ ਲਈਏ ਜਾਂ ਸੱਪ ਕਹਿ ਲਈਏ, ਇਦਾਂ ਦੇ ਜੋ ਜਨੌਰ ਨੇ ਜਿਨ੍ਹਾਂ ਦੇ ਕਿ 8 ਪੈਰ ਨੇ, ਉਹਨਾਂ ਨੂੰ ਅਠੂਹੇ ਕਿਹਾ ਜਾਂਦਾ। ਕਿ ਜਿਹੜਾ ਮਨੁੱਖ ਉਹਨਾਂ ਦਾ ਮਦਾਰੀ ਹੋ ਕੇ ਨਾਗੀ ਲੱਗਾ ਜਾਏ, ਸੱਪਾਂ ਨੂੰ ਜਾ ਹੱਥ ਪਾਉਂਦਾ ਹੈ, ਆਪਣ ਹੱਥੀ ਆਪਣੈ ਦੇ ਕੂਚਾ ਆਪੇ ਲਾਏ, ਕਿ ਉਹ ਆਪਣੇ ਹੀ ਹੱਥਾਂ ਦੇ ਨਾਲ ਆਪਣੇ ਆਪ ਨੂੰ ਹੀ ਚੁਆਤੀ ਲਵਾ ਬਹਿੰਦਾ ਹੈ। ਚੁਆਤੀ ਹੁੰਦੀ ਹੈ ਅੱਗ, ਕਿ ਉਹ ਆਪਣੇ ਹੱਥੀਂ ਆਪਣੇ ਆਪ ਨੂੰ ਹੀ ਅੱਗ ਲਵਾ ਬਹਿੰਦਾ ਹੈ। ਹੁਕਮ ਪਿਆ ਧੁਰ ਖਸਮ ਕਾ, ਅਤੀ ਹੂ ਧੱਕਾ ਖਾਏ, ਗੁਰਮੁਖ ਸਿਓ ਮਨਮੁਖ ਅੜੈ, ਡੂਬੈ ਹੱਕ ਨਿਆਏ। ਪਰ ਕਹਿੰਦੇ ਕਿ ਉਸ ਪ੍ਰਮਾਤਮਾ ਦਾ ਨਿਆਂ ਐਸਾ ਹੀ ਹੈ, ਉਸ ਪ੍ਰਮਾਤਮਾ ਦਾ ਹੁਕਮ ਧੁਰ ਤੋਂ ਅਜਿਹਾ ਹੀ ਹੈ ਕਿ ਜਿਹੜਾ ਮਨੁੱਖ ਅੱਤ ਦਾ ਮੂਰਖਪੁਣਾ ਕਰਦਾ ਹੈ। ਕਿਉਂਕਿ ਹੁਣ ਜਦੋਂ ਤੁਸੀਂ ਨਾਗਾਂ ਨੂੰ ਹੱਥ ਲਾਓਗੇ, ਸੱਪਾਂ ਨੂੰ ਹੱਥ ਲਾਓਗੇ, ਉਹਨਾਂ ਨੂੰ ਜਾ ਕੇ ਛੇੜੋਗੇ, ਤਾਂ ਇਸ ਤੋਂ ਵੱਡਾ ਮੂਰਖਪੁਣਾ ਹੋਰ ਕੀ ਹੋਏਗਾ। ਤੇ ਕਹਿੰਦੇ ਉਸ ਪ੍ਰਮਾਤਮਾ ਦਾ ਹੁਕਮ ਅਜਿਹਾ ਹੀ ਹੈ। ਹੁਕਮ ਪਿਆ ਧੁਰ ਖਸਮ ਕਾ, ਅਤੀ, ਅਤੀ ਤੋਂ ਭਾਵ ਕਿ ਅੱਤ ਦਾ ਮੂਰਖਪੁਣਾ ਕਰਨਾ, ਅੱਤ ਚੁੱਕ ਲੈਣੀ, ਹੂ ਧੱਕਾ ਖਾਏ, ਕਿ ਜਿਹੜਾ ਇਨਸਾਨ ਅੱਤ ਦਾ ਮੂਰਖਪੁਣਾ ਕਰਦਾ ਹੈ ਜਾਂ ਅੱਤ ਚੁੱਕ ਲੈਂਦਾ ਹੈ ਕਿਸੇ ਵੀ ਚੀਜ਼ ਦੀ, ਉਹ ਅੰਤ ਨੂੰ ਧੱਕੇ ਖਾਂਦਾ ਹੈ। ਗੁਰਮੁਖ ਸਿਓ ਮਨਮੁਖ ਅੜੈ, ਕਿ ਜਿਹੜਾ ਮਨਮੁਖ ਮਨੁੱਖ ਗੁਰਮੁਖ ਦੇ ਨਾਲ ਬਹਿਸਬਾਜ਼ੀ ਕਰਦਾ ਹੈ, ਖਹਿਬੜਦਾ ਹੈ, ਉਸ ਪ੍ਰਮਾਤਮਾ ਦੇ ਨਿਆਂ ਅਨੁਸਾਰ ਡੁੱਬੈ ਹੱਕ ਨਿਆਏ, ਕਿ ਉਸ ਪ੍ਰਮਾਤਮਾ ਦੇ ਹੱਕ ਦੇ ਨਿਆਂ ਅਨੁਸਾਰ ਉਹ ਮਨਮੁਖ ਮਨੁੱਖ ਸੰਸਾਰ ਸਮੁੰਦਰ ਦੇ ਵਿੱਚ ਵਿਕਾਰਾਂ ਦੀਆਂ ਲਹਿਰਾਂ ਦੇ ਵਿੱਚ ਡੁੱਬ ਜਾਂਦਾ ਹੈ। ਦੋਹਾਂ ਸਿਰਿਆ ਆਪੇ ਖਸਮ, ਵੇਖੈ ਕਰ ਵਿਉਪਾਏ, ਨਾਨਕ ਏਵੈ ਜਾਣੀਐ, ਸਭ ਕਿਛ ਤਿਸੈ ਰਜਾਏ। ਪਰ ਕਹਿੰਦੇ ਕਿਸੇ ਨੂੰ ਅਸੀਂ ਦੋਸ਼ ਨਹੀਂ ਦੇ ਸਕਦੇ ਕਿ ਉਹ ਗੁਰਮੁਖ ਕਿਉਂ ਹੈ ਜਾਂ ਉਹ ਮਨਮੁਖ ਕਿਉਂ ਹੈ। ਦੋਹਾਂ ਸਿਰਿਆ ਆਪੇ ਖਸਮ, ਕਹਿੰਦੇ ਦੋਨਾਂ ਦੇ ਹੀ ਸਿਰ ਦੇ ਉੱਤੇ ਉਹ ਖਸਮ ਪਰਮਾਤਮਾ ਬੈਠਾ ਹੈ। ਵੇਖੈ ਕਰ ਵਿਉਪਾਏ, ਵਿਉਪਾਏ ਤੋਂ ਭਾਵ ਨਿਰਣਾ ਕਰਨਾ, ਕਿ ਉਹ ਇਦਾਂ ਅਲੱਗ-ਅਲੱਗ ਦੋ ਧਿਰ ਖੜੇ ਕਰਕੇ ਨਿਰਣੇ ਕਰਕੇ ਵੇਖ ਰਿਹਾ ਹੈ, ਆਪਣੇ ਐਕਸਪੈਰੀਮੈਂਟ ਕਰ ਰਿਹਾ ਹੈ। ਇਹ ਮੰਨ ਲਈਏ, ਹੇ ਨਾਨਕ ਇਹ ਗੱਲ ਸਮਝ ਲਈਏ, ਨਾਨਕ ਏਵੈ ਜਾਣੀਐ, ਸਭ ਕਿਛ ਤਿਸੈ ਰਜਾਏ, ਕਿ ਜੋ ਕੁਝ ਵੀ ਹੋ ਰਿਹਾ ਹੈ, ਜੋ ਵੀ ਕੰਮ ਹੋ ਰਿਹਾ ਹੈ ਇਸ ਸ੍ਰਿਸ਼ਟੀ ਦੇ ਵਿੱਚ, ਜਿੱਦਾਂ ਦੇ ਵੀ ਇਨਸਾਨ ਜਾਂ ਹੋਰ ਜੀਵ ਇਸ ਸ੍ਰਿਸ਼ਟੀ ਦੇ ਵਿੱਚ ਪੈਦਾ ਹੋਏ ਨੇ, ਕਿਸੇ ਵੀ ਇਨਸਾਨ ਦੀ ਸੋਚ ਜਿੱਦਾਂ ਦੀ ਵੀ ਹੈ, ਉਸ ਪ੍ਰਮਾਤਮਾ ਦੀ ਰਜ਼ਾ ਅਨੁਸਾਰ ਹੀ ਹੈ। ਇਹ ਗੱਲ ਕਹਿੰਦੇ ਸਾਨੂੰ ਸਮਝ ਲੈਣੀ ਚਾਹੀਦੀ ਹੈ। ਜੇ ਚੰਗੀ ਤਰ੍ਹਾਂ ਦੇ ਨਾਲ ਇਹਨੂੰ ਅਸੀਂ ਸਮਝ ਲਈਏ ਤਾਂ ਕਿੱਡੀ ਵੱਡੀ ਲੜਾਈ ਖਤਮ ਹੋ ਸਕਦੀ ਹੈ। ਉਹ ਇਹ ਕਿ ਜਦੋਂ ਦੋ ਇਨਸਾਨ ਇੱਕ ਦੂਜੇ ਦੇ ਨਾਲ ਬਹਿਸ ਰਹੇ ਨੇ, ਆਪਣੇ ਆਪ ਨੂੰ ਚੰਗਾ ਤੇ ਦੂਜੇ ਨੂੰ ਮਾੜਾ ਸਾਬਿਤ ਕਰਨ ਦੇ ਉੱਤੇ ਤੁਲੇ ਹੋਏ ਨੇ, ਬਹਿਸਬਾਜ਼ੀ ਚੱਲ ਰਹੀ ਹੈ, ਲੜਾਈਆਂ ਵੀ ਹੋ ਰਹੀਆਂ ਨੇ,
ਜੇਕਰ ਉਹ ਇਸ ਗੱਲ ਨੂੰ ਸਮਝ ਲੈਣ ਕਿ ਜੋ ਪ੍ਰਮਾਤਮਾ ਮੇਰੇ ਅੰਦਰ ਵਸਦਾ ਹੈ ਉਹੀ ਸਾਹਮਣੇ ਵਾਲੇ ਦੇ ਅੰਦਰ ਵੀ ਵਸਦਾ ਹੈ, ਜੋ ਮੇਰੇ ਅੰਦਰ ਵਸ ਕੇ ਮੇਰੇ ਤੋਂ ਕਰਵਾ ਰਿਹਾ ਹੈ ਉਹੀ ਉਹਦੇ ਅੰਦਰ ਵਸ ਕੇ ਉਹਦੇ ਤੋਂ ਕਰਵਾ ਰਿਹਾ ਹੈ। ਉਹਦਾ ਦੋਸ਼ ਨਹੀਂ, ਉਹਦੇ ਵੱਸ ਦੀ ਗੱਲ ਨਹੀਂ, ਜਿੱਦਾਂ ਕਿ ਮੇਰੇ ਵੀ ਵੱਸ ਦੀ ਗੱਲ ਨਹੀਂ। ਜੇ ਮੇਰੀ ਸੋਚ ਇਦਾਂ ਦੀ ਹੈ ਤਾਂ ਮੈਂ ਜ਼ਿੰਦਗੀ ਨੂੰ ਇਸ ਤਰ੍ਹਾਂ ਜਿਉਂ ਰਿਹਾ, ਤਾਂ ਸਾਹਮਣੇ ਵਾਲੇ ਦੀ ਸੋਚ ਉੱਦਾਂ ਦੀ ਉਸ ਨੂੰ ਪਰਮਾਤਮਾ ਨੇ ਬਖਸ਼ੀ ਹੈ, ਉਹ ਆਪਦੀ ਜ਼ਿੰਦਗੀ ਨੂੰ ਉੱਦਾਂ ਜਿਉਂ ਰਿਹਾ। ਜੇ ਉਹਦੇ ਤੋਂ ਮੈਨੂੰ ਕੋਈ ਖਤਰਾ ਹੈ ਤਾਂ ਉਹ ਵੀ ਉਸ ਪਰਮਾਤਮਾ ਦੀ ਰਜ਼ਾ ਅਨੁਸਾਰ ਹੀ ਹੈ। ਜੇ ਮੇਰੇ ਮਨ ਦੇ ਵਿੱਚ ਉਹਦੇ ਖਤਰੇ ਤੋਂ ਬਚਣ ਦਾ ਖਿਆਲ ਹੈ ਤਾਂ ਉਹ ਵੀ ਉਸ ਪਰਮਾਤਮਾ ਦੀ ਰਜ਼ਾ ਅਨੁਸਾਰ ਹੀ ਹੈ। ਮੈਂ ਉਹਦੇ ਖਤਰੇ ਤੋਂ ਬਚਣ ਦੇ ਲਈ ਯਤਨ ਕਰਾਂਗਾ ਜਾਂ ਨਹੀਂ ਕਰਾਂਗਾ, ਇਹ ਵੀ ਉਸ ਪਰਮਾਤਮਾ ਦੀ ਰਜ਼ਾ ਅਨੁਸਾਰ ਹੀ ਹੋਏਗਾ। ਮੁੱਖ ਦੀ ਗੱਲ ਇਹ ਹੈ ਕਿ ਜਦੋਂ ਅਸੀਂ ਇਸ ਗੱਲ ਨੂੰ ਸਮਝ ਲੈਂਦੇ ਹਾਂ ਕਿ ਜੋ ਕੁਝ ਵੀ ਹੋ ਰਿਹਾ ਹੈ ਉਸ ਪਰਮਾਤਮਾ ਦੀ ਰਜ਼ਾ ਅਨੁਸਾਰ ਹੋ ਰਿਹਾ ਹੈ, ਤਾਂ ਅਸੀਂ ਨਤੀਜਿਆਂ ਦੀ ਚਿੰਤਾ ਨਹੀਂ ਕਰਦੇ। ਅਸੀਂ ਕਰਮ ਕਰਦੇ ਹਾਂ ਪਰ ਫਲ ਦੀ ਇੱਛਾ ਨਹੀਂ ਰੱਖਦੇ। ਇਹੀ ਮੁੱਖ ਜੋ ਸੰਦੇਸ਼ ਹੈ ਇਹ ਅਸੀਂ ਲੈ ਸਕਦੇ ਹਾਂ ਇਹਨਾਂ ਪੰਕਤੀਆਂ ਦੇ ਵਿੱਚੋਂ। ਮਹਿਲਾ ਦੂਜਾ, ਨਾਨਕ ਪਰਖੇ ਆਪ ਕਉ ਤਾਂ ਪਾਰਖ ਜਾਣ, ਰੋਗ ਦਾਰੂ ਦੋਵੇਂ ਬੁੱਝੈ ਤਾਂ ਵੈਦ ਸੁਜਾਨ। ਕਹਿੰਦੇ ਕਿ ਹੇ ਨਾਨਕ, ਦੂਜਿਆਂ ਦੀ ਪੜਚੋਲ ਕਰਨ ਦੀ ਥਾਂ, ਦੂਜਿਆਂ ਦੇ ਬਾਰੇ 'ਚ ਗੱਲਾਂ ਕਰਨ ਦੀ ਥਾਂ, ਦੂਜਿਆਂ ਦੇ ਵਿੱਚ ਨੁਕਸ ਕੱਢਣ ਦੀ ਥਾਂ ਜੇ ਮਨੁੱਖ ਆਪਣੇ ਆਪ ਨੂੰ ਪਰਖੇ, ਨਾਨਕ ਪਰਖੇ ਆਪ ਕੋ ਤਾਂ ਪਾਰਖ ਜਾਣ, ਤਾਂ ਆਪਣੇ ਆਪ ਨੂੰ ਤੁਸੀਂ ਅਸਲ ਪਾਰਖੂ ਸਮਝ ਸਕਦੇ ਹੋ। ਦੂਜਿਆਂ ਦੇ ਵਿੱਚ ਨੁਕਸ ਕੱਢਣੇ ਬਹੁਤ ਆਸਾਨ ਨੇ, ਤੇ ਜਿੰਨੇ ਉਹ ਆਸਾਨ ਨੇ ਆਪਣੇ ਆਪ ਦੇ ਵਿੱਚ ਨੁਕਸ ਕੱਢਣੇ ਉਨੇ ਹੀ ਮੁਸ਼ਕਲ ਨੇ। ਤੇ ਅਸਲ ਪਾਰਖੂ ਉਹੀ ਹੈ ਜੋ ਆਪਣੇ ਆਪ ਦੇ ਵਿੱਚ ਨੁਕਸ ਕੱਢ ਕੇ ਆਪਦੇ ਆਪ ਦੀ ਪੜਚੋਲ ਕਰਕੇ ਤੇ ਉਹਨਾਂ ਨੁਕਸਾਂ ਨੂੰ ਦੂਰ ਕਰਨ ਦੀ ਕੋਸ਼ਿਸ਼ ਕਰੇ। ਰੋਗ ਦਾਰੂ ਦੋਵੇਂ ਬੁੱਝੈ, ਦੂਜਿਆਂ ਦੇ ਵਿਕਾਰ ਜਾਣਨ ਦੀ ਬਜਾਏ, ਦੂਜਿਆਂ ਦੇ ਵਿੱਚ ਵਿਕਾਰ ਰੋਗ ਲੱਭਣ ਦੀ ਬਜਾਏ, ਜੇਕਰ ਮਨੁੱਖ ਆਪਣੇ ਅੰਦਰ ਆਤਮਿਕ ਰੋਗ ਲੱਭੇ ਕਿ ਉਹਦੀ ਆਤਮਾ ਨੂੰ ਕੀ ਵਿਕਾਰ ਚੁੰਬੜੇ ਹੋਏ ਨੇ, ਤੇ ਉਹਨਾਂ ਰੋਗਾਂ ਨੂੰ ਲੱਭ ਕੇ ਉਹਨਾਂ ਰੋਗਾਂ ਨੂੰ ਵੀ ਸਮਝੇ ਤੇ ਉਹਨਾਂ ਰੋਗਾਂ ਦਾ ਇਲਾਜ ਵੀ ਲੱਭੇ, ਇਲਾਜ ਨੂੰ ਵੀ ਜਾਣੇ। ਰੋਗ ਦਾਰੂ ਦੋਵੇਂ ਬੁੱਝੈ ਤਾਂ ਵੈਦ ਸਜਾਨ, ਤਾਂ ਅਸੀਂ ਉਸ ਨੂੰ ਅਸਲੀ ਤੇ ਸਿਆਣਾ ਹਕੀਮ ਆਖ ਸਕਦੇ ਹਾਂ। ਵਾਟ ਨਾ ਕਰਈ ਮਾਮਲਾ ਜਾਣੈ ਮਹਿਮਾਨ, ਵਾਟ ਤੋਂ ਭਾਵ ਰਸਤਾ, ਸਫ਼ਰ। ਕਹਿੰਦੇ ਜ਼ਿੰਦਗੀ ਦੇ ਸਫ਼ਰ ਦੇ ਵਿੱਚ ਉਹ ਜੋ ਸਿਆਣਾ ਵੈਦ ਹੈ ਉਹ ਕਿਸੇ ਦੇ ਨਾਲ ਮਾਮਲਾ ਨਹੀਂ ਕਰਦਾ, ਝਗੜਾ ਨਹੀਂ ਕਰਦਾ। ਉਹ ਆਪਣੇ ਆਪ ਨੂੰ ਇਸ ਜ਼ਿੰਦਗੀ ਦੇ ਸਫ਼ਰ ਦਾ ਮਹਿਮਾਨ ਸਮਝਦਾ ਹੈ। ਮੂਲ ਜਾਣ ਗੱਲਾਂ ਕਰੇ, ਹਾਣ ਲਾਏ ਹਾਣ। ਕਹਿੰਦੇ ਸੱਚ ਨੂੰ ਪਛਾਣ ਕੇ ਉਸ ਸੱਚੇ ਪਰਮਾਤਮਾ ਨੂੰ, ਜਿੱਥੇ ਕਿ ਸਾਡਾ ਮੂਲ ਜੁੜਿਆ ਹੋਇਆ ਹੈ, ਜਿੱਥੇ ਸਾਡੀ ਜੜ ਹੈ, ਉਹ ਜੋ ਸੱਚਾ ਹਕੀਮ ਹੈ ਉਹ ਉਸ ਮੂਲ ਨੂੰ ਪਛਾਣ ਕੇ ਗੱਲ ਕਰਦਾ ਹੈ। ਤੇ ਹਾਣ ਲਾਏ ਹਾਣ ਤੋਂ ਭਾਵ ਕਿ ਆਪਣੇ ਸਤ ਸੰਗੀਆਂ ਦੇ ਨਾਲ ਉਹ ਆਪਣਾ ਪਿਆਰ ਪਾਉਂਦਾ ਹੈ, ਉਹਨਾਂ ਮਨੁੱਖਾਂ ਦੇ ਨਾਲ ਪਿਆਰ ਪਾਉਂਦਾ ਹੈ ਜਿਹੜੇ ਉਹਦੇ ਨਾਲ ਉਹਦੀ ਸੋਚ ਸਾਂਝੀ ਕਰਦੇ ਨੇ, ਜਿਨ੍ਹਾਂ ਦਾ ਸੁਭਾਅ ਉਹਦੇ ਨਾਲ ਮਿਲਦਾ ਹੈ, ਜਿਹੜੇ ਉਸ ਪਰਮਾਤਮਾ ਨੂੰ ਪਿਆਰ ਕਰਦੇ ਨੇ। ਉਹਨਾਂ ਸਤ ਸੰਗੀਆਂ ਦੇ ਨਾਲ ਉਹ ਆਪਣਾ ਸਮਾਂ ਗੁਜ਼ਾਰਨਾ ਪਸੰਦ ਕਰਦਾ ਹੈ। ਲੱਭ ਨਾ ਚਲਈ ਸੱਚ ਰਹਿ ਸੋ ਵਿਸਟ ਪ੍ਰਵਾਨ। ਇੱਥੇ ਜੋ ਲੱਭ ਸ਼ਬਦ ਹੈ ਇਹਦਾ ਅਰਥ ਮੈਂ ਕਾਫੀ ਖੋਜਣ ਦੀ ਕੋਸ਼ਿਸ਼ ਕੀਤੀ ਪਰ ਮੈਨੂੰ ਕਿਤੋਂ ਲੱਭਿਆ ਨਹੀਂ, ਤੇ ਪੰਕਤੀ ਨੂੰ ਪੜ੍ਹਦੇ ਹੋਏ ਇਸ ਤਰ੍ਹਾਂ ਪ੍ਰਤੀਤ ਹੁੰਦਾ ਹੈ ਜਿਸ ਤਰ੍ਹਾਂ ਕਿਸਮਤ ਦੀ ਗੱਲ ਕੀਤੀ ਜਾ ਰਹੀ ਹੋਵੇ। ਹੋ ਸਕਦਾ ਮੈਂ ਇੱਥੇ ਗਲਤ ਵੀ ਹੋਵਾਂ, ਪਰ ਗੁਰੂ ਜੀ ਕਹਿੰਦੇ ਕਿ ਲੱਭ ਨਾ ਚੱਲਈ, ਕਿ ਅਜਿਹਾ ਜੋ ਮਨੁੱਖ ਹੈ, ਜੋ ਸੱਚਾ ਹਕੀਮ ਹੈ, ਉਹ ਲੱਭ ਦੇ ਆਸਰੇ ਨਹੀਂ ਤੁਰਦਾ, ਉਹ ਸੱਚ ਦੇ ਵਿੱਚ ਟਿਕਿਆ ਰਹਿੰਦਾ ਹੈ, ਸੱਚ ਰਹਾ ਹੈ, ਪਰਮਾਤਮਾ ਦੇ ਵਿੱਚ ਆਪਣੀ ਸੋਚ ਨੂੰ ਟਿਕਾਈ ਰੱਖਦਾ ਹੈ। ਸੋ ਵਿਸਟ ਪ੍ਰਵਾਨ, ਵਿਸਟ ਹੁੰਦਾ ਹੈ ਵਿਚੋਲਾ, ਤੇ ਐਸਾ ਮਨੁੱਖ ਕਹਿੰਦੇ ਖੁਦ ਤੇ ਪਰਮਾਤਮਾ ਦੇ ਨਾਲ ਜੁੜਿਆ ਹੀ ਹੈ, ਦੂਜੇ ਲੋਕਾਂ ਨੂੰ ਪਰਮਾਤਮਾ ਨਾਲ ਜੋੜਨ ਦੇ ਲਈ ਉਹ ਮਨੁੱਖ ਵਿਚੋਲਾ ਵੀ ਬਣਦਾ ਹੈ। ਸਰ ਸੰਦੇ ਆਗਾਸ ਕਉ ਕਿਉ ਪਹੁੰਚੈ ਬਾਣ, ਅੱਗਾ ਉਹ ਅਗੰਮ ਹੈ ਵਾਹਿਦੜ ਜਾਣ। ਸਰ ਹੁੰਦਾ ਹੈ ਤੀਰ ਤੇ ਸੰਦੇ ਤੋਂ ਭਾਵ ਚਲਾਉਣਾ। ਕਹਿੰਦੇ ਜੋ ਮਨੁੱਖ ਆਕਾਸ਼ ਵੱਲ ਨੂੰ ਤੀਰ ਚਲਾਉਂਦਾ ਹੈ ਉਹਦਾ ਤੀਰ ਕਿੱਥੇ ਪਹੁੰਚੇ, ਕਿਉਂ ਪਹੁੰਚੈ ਬਾਣ, ਕਿਉਂਕਿ ਆਸਮਾਨ ਤਾਂ ਅੱਗੋਂ ਅਗੰਮ ਹੈ, ਅਪਹੁੰਚ ਹੈ, ਅੱਗੇ ਉਹ ਅਗੰਮ ਹੈ, ਜੋ ਆਕਾਸ਼ ਹੈ ਉਹ ਤੇ ਅਪਹੁੰਚ ਹੈ, ਉਹਦੇ ਤੱਕ ਤੇ ਤੀਰ ਪਹੁੰਚ ਨਹੀਂ ਸਕਦਾ। ਵਹਿਦੜ ਜਾਣ, ਵਹਿਦੜ ਹੈਗਾ ਤੀਰ ਚਲਾਉਣ ਵਾਲਾ,
ਤੇ ਜਾਣ ਤੋਂ ਭਾਵ ਕਿ ਵਿੰਨਿਆ ਜਾਣਾ, ਕਿ ਬਲਕਿ ਜੋ ਤੀਰ ਚਲਾਉਣ ਵਾਲਾ ਹੈ ਉਹ ਆਪ ਹੀ ਵਿੰਨਿਆ ਜਾਂਦਾ ਹੈ। ਜਦੋਂ ਆਕਾਸ਼ ਵੱਲ ਨੂੰ ਤੀਰ ਚਲਾਏਗਾ ਤਾਂ ਚਾਂਸ ਹੈਗਾ ਕਿ ਉਹ ਤੀਰ ਵਾਪਸ ਉਹਦੇ ਉੱਪਰ ਹੀ ਗਿਰ ਜਾਏ। ਇਸ ਉਦਾਹਰਣ ਦੇ ਰਾਹੀਂ ਗੁਰੂ ਜੀ ਇਹ ਸਮਝਾਉਣ ਦੀ ਕੋਸ਼ਿਸ਼ ਕਰਦੇ ਪਏ ਨੇ ਕਿ ਜਿਹੜੇ ਮਨਮੁਖ ਮਨੁੱਖ ਨੇ ਉਹਨਾਂ ਦੀਆਂ ਦਲੀਲਾਂ ਗੁਰਮੁਖਾਂ ਦੇ ਲਈ ਉਸ ਤੀਰ ਵਰਗੀਆਂ ਨੇ ਜਿਹੜਾ ਕਿ ਆਕਾਸ਼ ਵੱਲ ਨੂੰ ਛੱਡਿਆ ਜਾਂਦਾ ਹੈ। ਉਹਨਾਂ ਦੀਆਂ ਦਲੀਲਾਂ ਦਾ ਗੁਰਮੁਖਾਂ ਦੇ ਉੱਤੇ ਕੋਈ ਅਸਰ ਨਹੀਂ ਪੈਂਦਾ, ਉਹਨਾਂ ਦੀਆਂ ਦਲੀਲਾਂ ਉਸ ਨਿਸ਼ਾਨੇ ਤੇ ਨਹੀਂ ਪਹੁੰਚਦੀਆਂ, ਬਲਕਿ ਉਹਦੇ ਜਵਾਬ ਦੇ ਵਿੱਚ ਕਹਿ ਲਈਏ ਜਾਂ ਉਹਨਾਂ ਦੀਆਂ ਆਪਦੀਆਂ ਦਲੀਲਾਂ ਉਹਨਾਂ ਦੇ ਉੱਪਰ ਹੀ ਪੁੱਠੀਆਂ ਪੈ ਜਾਂਦੀਆਂ ਨੇ। ਉਹ ਆਪਣੇ ਹੀ ਛੱਡੇ ਹੋਏ ਤੀਰ ਦੇ ਨਾਲ ਆਪ ਹੀ ਵਿੰਨੇ ਜਾਂਦੇ ਨੇ। ਪੌੜੀ। ਨਾਰੀ ਪੁਰਖ ਪਿਆਰ ਪ੍ਰੇਮ ਸਿਗਾਰੀਆ, ਕਰਨ ਭਗਤ ਦਿਨ ਰਾਤ ਨਾ ਰਹਿਣੀ ਵਾਰੀਆ। ਇਸ ਪੌੜੀ ਦੀਆਂ ਜੋ ਵੀ ਪੰਕਤੀਆਂ ਨੇ ਉਹਨਾਂ ਦੇ ਵਿੱਚ ਫਿਰ ਤੋਂ ਗੁਰੂ ਜੀ ਨੇ ਜੀਵ ਇਸਤਰੀ ਦੀ ਉਦਾਹਰਣ ਲਈ ਹੈ। ਜਿਸ ਤਰ੍ਹਾਂ ਕਿ ਇਸਤਰੀ ਦਾ ਆਪਣੇ ਪੁਰਖ ਦੇ ਨਾਲ, ਆਪਣੇ ਪਤੀ ਦੇ ਨਾਲ ਪ੍ਰੇਮ ਹੁੰਦਾ ਹੈ, ਉਸ ਪ੍ਰੇਮ ਨੂੰ ਗੁਰੂ ਜੀ ਨੇ ਇਸ ਤਰ੍ਹਾਂ ਦਰਸਾਇਆ ਹੈ ਕਿ ਉਹ ਇਸਤਰੀ ਮਨੁੱਖ ਹੈ ਤੇ ਉਹ ਜੋ ਪਤੀ ਹੈ ਉਹ ਪਰਮਾਤਮਾ ਹੈ। ਇਹ ਉਦਾਹਰਣ ਲਈ ਗਈ ਹੈ ਜੀਵ ਇਸਤਰੀ ਦੀ। ਤੇ ਗੁਰੂ ਜੀ ਕਹਿੰਦੇ ਕਿ ਨਾਰੀ ਪੁਰਖ ਪਿਆਰ, ਕਿ ਜਿਨ੍ਹਾਂ ਜੀਵ ਇਸਤਰੀਆਂ ਦਾ ਪ੍ਰਭੂ ਪਤੀ ਦੇ ਨਾਲ ਪਿਆਰ ਹੁੰਦਾ ਹੈ ਉਹ ਪ੍ਰੇਮ ਸਿਗਾਰੀਆਂ, ਉਹ ਉਸ ਪ੍ਰੇਮ ਦੇ ਗਹਿਣੇ ਦੇ ਨਾਲ ਸਜੀਆਂ ਰਹਿੰਦੀਆਂ ਨੇ। ਹੁਣ ਜੇਕਰ ਅਸੀਂ ਦੁਨਿਆਵੀ ਤੌਰ ਤੇ ਵੀ ਗੱਲ ਕਰੀਏ, ਇੱਕ ਪਾਸੇ ਅਸੀਂ ਅਜਿਹਾ ਰਿਸ਼ਤਾ ਲੈ ਲਈਏ ਪਤੀ ਪਤਨੀ ਦਾ ਜਿਹਦੇ ਵਿੱਚ ਕਿ ਪਿਆਰ ਨਹੀਂ ਹੈ, ਉੱਥੇ ਪਤਨੀ ਗਹਿਣਿਆਂ ਦੇ ਨਾਲ ਜਾਂ ਮੇਕਅਪ ਵਗੈਰਾ ਦੇ ਨਾਲ ਜਿੰਨੀ ਵੀ ਸਜ ਲਏ, ਉਹਦੇ ਮੁੱਖ ਤੋਂ ਉਹ ਸਜਾਵਟ, ਉਹ ਸੋਹਣਾਪਨ ਨਹੀਂ ਝਲਕੇਗਾ ਕਿਉਂਕਿ ਪਿਆਰ ਦੀ ਕਮੀ ਹੈ। ਤੇ ਦੂਜੇ ਪਾਸੇ ਇੱਕ ਅਜਿਹਾ ਰਿਸ਼ਤਾ ਲੈ ਲਈਏ ਪਤੀ ਪਤਨੀ ਦਾ ਜਿਹਦੇ ਵਿੱਚ ਕਿ ਬੇਅੰਤ ਪਿਆਰ ਹੈ, ਇੱਕ ਦੂਜੇ ਦੇ ਪ੍ਰਤੀ ਸਤਿਕਾਰ ਹੈ, ਉੱਥੇ ਉਸ ਇਸਤਰੀ ਨੂੰ ਸਜਣ ਦੀ ਵੀ ਲੋੜ ਨਹੀਂ ਪਏਗੀ। ਉਹਦੇ ਮੁੱਖ ਤੋਂ ਉਹ ਖੁਸ਼ੀ, ਉਹ ਸੋਹਣਾਪਨ ਆਪਣੇ ਆਪ ਹੀ ਝਲਕੇਗਾ। ਤਾਂ ਗੁਰੂ ਜੀ ਇਹੀ ਕਹਿ ਰਹੇ ਨੇ ਕਿ ਜਿਨ੍ਹਾਂ ਮਨੁੱਖਾਂ ਦਾ ਉਸ ਪਰਮਾਤਮਾ ਦੇ ਨਾਲ ਪਿਆਰ ਹੁੰਦਾ ਹੈ ਉਹਨਾਂ ਨੂੰ ਸਜਾਉਣ ਦੀ ਲੋੜ ਨਹੀਂ ਪੈਂਦੀ, ਉਹ ਉਸ ਪਿਆਰ ਦੇ ਗਹਿਣਿਆਂ ਦੇ ਨਾਲ ਹੀ ਸਜੇ ਰਹਿੰਦੇ ਹਨ। ਕਰਨ ਭਗਤੀ ਦਿਨ ਰਾਤ ਨਾ ਰਹਿਣੀ ਵਾਰੀਆਂ, ਉਹ ਦਿਨ ਰਾਤ ਉਸ ਪਰਮਾਤਮਾ ਦੀ ਭਗਤੀ ਕਰਦੇ ਹਨ, ਕਿਸੇ ਦੇ ਵਾਰਨ ਤੋਂ, ਕਿਸੇ ਦੇ ਵਰਜਨ ਤੋਂ ਵੀ ਉਹ ਨਹੀਂ ਹਟਦੇ। ਮਹਿਲਾ ਮੰਜ ਨਿਵਾਸ ਸ਼ਬਦ ਸਵਾਰੀਆਂ, ਜਿਹੜੀਆਂ ਜੀਵ ਇਸਤਰੀਆਂ ਗੁਰੂ ਦੇ ਸ਼ਬਦ ਦੇ ਨਾਲ ਨਵਾਜੀਆਂ ਹੋਈਆਂ ਨੇ, ਉਹ ਸੁਧਰ ਕੇ, ਮੰਜ ਤੋਂ ਭਾਵ ਮੰਝੀਆਂ ਹੋਣਾ, ਸੁਧਰੀਆਂ ਹੋਣਾ, ਉਹ ਸੁਧਰ ਕੇ ਮਹਿਲਾਂ ਦੇ ਵਿੱਚ ਨਿਵਾਸ ਪ੍ਰਾਪਤ ਕਰਦੀਆਂ ਨੇ। ਉਹ ਕਿੱਦਾਂ ਦੇ ਵੀ ਹਾਲਾਤਾਂ ਦੇ ਵਿੱਚ ਰਹਿ ਰਹੀਆਂ ਹੋਣ, ਉਹਨਾਂ ਨੂੰ ਆਪਣਾ ਜੀਵਨ ਇਸ ਤਰ੍ਹਾਂ ਹੀ ਪ੍ਰਤੀਤ ਹੁੰਦਾ ਹੈ ਜਿੱਦਾਂ ਕਿ ਮਹਿਲਾਂ ਦੇ ਵਿੱਚ ਨਿਵਾਸ ਕਰ ਰਹੀਆਂ ਹੋਣ। ਸੱਚ ਕਹਿਣ ਅਰਦਾਸ ਸੇ ਵਿਚਾਰੀਆਂ, ਵਿਚਾਰੀਆ ਤੋਂ ਭਾਵ ਵਿਚਾਰੀਆਂ ਨਹੀਂ, ਵਿਚਾਰੀਆ ਤੋਂ ਭਾਵ ਵਿਚਾਰਵਾਨ, ਜੋ ਗੱਲ ਦੇ ਉੱਤੇ ਵਿਚਾਰ ਕਰਦੀਆਂ ਨੇ, ਤਰਕ ਕਰਦੀਆਂ ਨੇ, ਕਿ ਉਹ ਵਿਚਾਰਵਾਨ ਹੋ ਕੇ ਉਸ ਸੱਚੇ ਦੇ ਪਿਆਰ ਦੀ ਹੀ ਅਰਦਾਸ ਕਰਦੀਆਂ ਨੇ। ਉਹ ਦੁਨਿਆਵੀ ਚੀਜ਼ਾਂ ਨਹੀਂ ਮੰਗਦੀਆਂ, ਉਹ ਉਹਦਾ ਪਿਆਰ ਹੀ ਮੰਗਦੀਆਂ ਨੇ। ਜਿਹੜਾ ਮਨੁੱਖ ਵਿਚਾਰਹੀਨ ਹੈ ਉਹ ਤੇ ਦੁਨਿਆਵੀ ਚੀਜ਼ਾਂ ਦੀ ਮੰਗ ਕਰੇਗਾ ਉਸ ਪਰਮਾਤਮਾ ਦੇ ਅੱਗੇ ਅਰਦਾਸ ਕਰਦੇ ਹੋਏ ਵੀ, ਪਰ ਜੋ ਵਿਚਾਰਵਾਨ ਬਣ ਗਿਆ ਉਹ ਉਸ ਪਰਮਾਤਮਾ ਤੋਂ ਉਹਦੀ ਸਾਂਝ ਮੰਗੇਗਾ, ਉਹਦਾ ਪ੍ਰੇਮ ਮੰਗੇਗਾ, ਦੁਨਿਆਵੀ ਚੀਜ਼ਾਂ ਦੀ ਮੰਗ ਨਹੀਂ ਕਰੇਗਾ। ਸੋਹਨ ਖਸਮੈ ਪਾਸ ਹੁਕਮ ਸਿਧਾਰੀਆ, ਸਖੀ ਕਹਿਨ ਅਰਦਾਸ ਮਨੋ ਪਿਆਰੀਆ। ਸਿਧਾਰੀਆ ਤੋਂ ਭਾਵ ਉਪੜੀਆਂ ਹੋਈਆਂ, ਕਹਿੰਦੇ ਉਸ ਪਰਮਾਤਮਾ ਦੇ ਹੁਕਮ ਅਨੁਸਾਰ ਉਸ ਪਰਮਾਤਮਾ ਦੇ ਕੋਲ ਅਪੜੀਆਂ ਹੋਈਆਂ ਉਹ ਜੀਵ ਇਸਤਰੀਆਂ ਉਸ ਪਰਮਾਤਮਾ ਦੇ ਨਾਲ ਬੈਠੀਆਂ ਸੋਭਦੀਆਂ ਨੇ। ਉਹ ਉਸ ਪਰਮਾਤਮਾ ਨੂੰ ਦਿਲੋਂ ਪਿਆਰ ਕਰਦੀਆਂ ਨੇ ਤੇ ਸਖੀ ਭਾਵਨਾ ਦੇ ਨਾਲ, ਇੱਕ ਪਿਆਰ ਭਰੀ ਭਾਵਨਾ ਦੇ ਨਾਲ ਉਸ ਪਰਮਾਤਮਾ ਦੇ ਅੱਗੇ ਅਰਦਾਸ ਕਰਦੀਆਂ ਨੇ। ਬਿਨ ਨਾਵੈ ਧ੍ਰਿਗ ਵਾਸ ਫਿਟ ਸੋ ਜੀਵਿਆ, ਗੁਰੂ ਜੀ ਕਹਿੰਦੇ ਕਿ ਉਹ ਜਿਉਣ ਫਿਟਕਾਰਯੋਗ ਹੈ, ਉਹ ਜੀਵਨ ਫਿਟਕਾਰਯੋਗ ਹੈ, ਧ੍ਰਿਗ ਹੈ, ਉਸ ਵਸੇਵੇ ਨੂੰ ਲਾਨਤ ਹੈ ਜਿਹੜਾ ਕਿ ਨਾਮ ਤੋਂ ਸਖਣਾ ਹੈ। ਸ਼ਬਦ ਸਵਾਰਿਆਸ ਅੰਮ੍ਰਿਤ ਪੀਵਿਆ, ਜਿਹੜੀਆਂ ਜੀਵ ਇਸਤਰੀਆਂ ਨੂੰ ਗੁਰੂ ਦਾ ਸ਼ਬਦ ਪ੍ਰਾਪਤ ਹੋਇਆ ਹੈ ਉਹਨਾਂ ਨੇ ਸਮਝ ਲਓ ਕਿ ਅੰਮ੍ਰਿਤ ਪੀ ਲਿਆ ਹੈ। ਗੁਰੂ ਦਾ ਸ਼ਬਦ, ਗੁਰੂ ਦੀਆਂ ਸਿੱਖਿਆਵਾਂ ਸਾਨੂੰ ਵਿਚਾਰਵਾਨ ਬਣਾਉਂਦੀਆਂ ਨੇ ਤੇ ਵਿਚਾਰਵਾਨ ਬਣਨਾ ਕਿੰਨਾ ਮਹੱਤਵਪੂਰਨ ਹੈ ਇਹ ਅਸੀਂ ਇਹਨਾਂ ਪੰਕਤੀਆਂ ਦੇ ਵਿੱਚ ਜਾਣ ਲਿਆ ਹੈ। ਸ਼ਲੋਕ ਮਹਿਲਾ ਪਹਿਲਾ।
ਮਾਰੂ ਮੀਂਹ ਨਾ ਤ੍ਰਿਪਤਿਆ, ਅੱਗੀ ਲਹੈ ਨਾ ਭੁੱਖ। ਰਾਜਾ ਰਾਜ ਨਾ ਤ੍ਰਿਪਤਿਆ, ਸਾਇਰ ਭਰੇ ਕਿ ਸੁੱਕ। ਨਾਨਕ ਸੱਚੇ ਨਾਮ ਕੀ, ਕੀਤੀ ਪੁੱਛਾ ਪੁੱਛ। ਮਾਰੂ ਤੋਂ ਭਾਵ ਜੋ ਮਾਰੂ ਜ਼ਮੀਨ ਹੁੰਦੀ ਹੈ, ਰੇਤਲੀ ਜ਼ਮੀਨ ਹੁੰਦੀ ਹੈ, ਗੁਰੂ ਜੀ ਕਹਿੰਦੇ ਕਿ ਜੋ ਰੇਤਲੀ ਜ਼ਮੀਨ ਹੈ ਉਹਨੂੰ ਮੀਂਹ ਕਦੇ ਤ੍ਰਿਪਤ ਨਹੀਂ ਕਰ ਸਕਦਾ। ਉਹਦਾ ਜੋ ਰੇਤਲਾ ਸੁਭਾਅ ਹੈ ਉਹ ਖਤਮ ਨਹੀਂ ਕੀਤਾ ਜਾ ਸਕਦਾ। ਮੀਂਹ ਆਉਣ ਤੇ ਹੋ ਸਕਦਾ ਉਹ ਗਿੱਲੀ ਹੋ ਜਾਏ, ਪਰ ਅੰਤ ਨੂੰ ਉਹਨੇ ਸੁੱਕ ਕੇ ਫੇਰ ਤੋਂ ਰੇਤਲੀ ਹੀ ਰਹਿਣਾ ਹੈ। ਅੱਗੀ ਲਹੈ ਨਾ ਭੁੱਖ, ਅੱਗ ਦੇ ਵਿੱਚ ਅਸੀਂ ਜਿੰਨਾ ਮਰਜ਼ੀ ਬਾਲਣ ਪਾਈ ਜਾਈਏ, ਜੋ ਅੱਗ ਦੀ ਸਾੜਨ ਦੀ ਵਿਰਤੀ ਹੈ, ਸਾੜਨ ਦਾ ਜੋ ਸੁਭਾਅ ਹੈ, ਉਹ ਵੀ ਤ੍ਰਿਪਤ ਨਹੀਂ ਹੁੰਦਾ। ਜਿਸ ਤਰ੍ਹਾਂ ਕਿ ਸਾਨੂੰ ਕਿਸੇ ਵੀ ਚੀਜ਼ ਦੀ ਤਾਂਘ ਹੁੰਦੀ ਹੈ ਤੇ ਸਾਨੂੰ ਇਹ ਹੁੰਦਾ ਹੈ ਕਿ ਸਾਨੂੰ ਬਹੁਤ ਜ਼ਿਆਦਾ ਮਾਤਰਾ ਦੇ ਵਿੱਚ ਇਹ ਮਿਲ ਜਾਏ ਤਾਂ ਅਸੀਂ ਸ਼ਾਇਦ ਤ੍ਰਿਪਤ ਹੋ ਜਾਵਾਂਗੇ। ਸਾਨੂੰ ਭੁੱਖ ਲੱਗੀ ਹੈ, ਅਸੀਂ ਕੁਝ ਖਾ ਲੈਂਦੇ ਹਾਂ ਤਾਂ ਅਸੀਂ ਤ੍ਰਿਪਤ ਹੋ ਜਾਂਦੇ ਹਾਂ। ਸਾਨੂੰ ਕੋਈ ਖੇਡਣ ਦੀ ਤਾਂਘ ਲੱਗੀ ਹੈ, ਅਸੀਂ ਖੇਡ ਲੈਂਦੇ ਹਾਂ, ਕੁਝ ਦੇਰ ਖੇਡਦੇ ਹਾਂ ਤਾਂ ਅਸੀਂ ਤ੍ਰਿਪਤ ਹੋ ਜਾਂਦੇ ਹਾਂ। ਪਰ ਜੋ ਰੇਤਲੀ ਜ਼ਮੀਨ ਹੈ ਉਹਦਾ ਰੇਤਲੇ ਰਹਿਣ ਦਾ ਸੁਭਾਅ ਕਦੇ ਤ੍ਰਿਪਤ ਨਹੀਂ ਹੁੰਦਾ। ਜੋ ਅੱਗ ਹੈ ਉਹਦਾ ਸਾੜਨ ਦਾ ਸੁਭਾਅ ਕਦੇ ਵੀ ਤ੍ਰਿਪਤ ਨਹੀਂ ਹੁੰਦਾ। ਬੇਸ਼ੱਕ ਉਹ 'ਚ ਕਿੰਨਾ ਮਰਜ਼ੀ ਬਾਲਣ ਅਸੀਂ ਪਾਈ ਜਾਈਏ, ਉਹਨੇ ਸਾੜਦੇ ਹੀ ਰਹਿਣਾ ਹੈ। ਰਾਜਾ ਰਾਜ ਨਾ ਤ੍ਰਿਪਤਿਆ, ਜੋ ਰਾਜਾ ਹੈ ਉਹਦੀ ਰਾਜ ਕਰਨ ਦੀ ਜੋ ਇੱਛਾ ਹੈ ਉਹ ਕਦੇ ਤ੍ਰਿਪਤ ਨਹੀਂ ਹੁੰਦੀ। ਉਹਨੂੰ ਭਾਵੇਂ ਤੁਸੀਂ ਛੋਟੀ ਉਮਰ ਤੋਂ ਗੱਦੀ ਤੇ ਬਿਠਾ ਦਿਓ, ਉਹਨੇ ਆਪਦੇ ਆਖਰੀ ਸਾਹ ਤੱਕ ਵੀ ਗੱਦੀ ਤੇ ਬੈਠੇ ਰਹਿਣਾ ਹੈ, ਪਰ ਉਹਨੇ ਰਾਜ ਨਹੀਂ ਛੱਡਣਾ। ਸਾਇਰ ਭਰੇ ਕਿ ਸੁੱਕ, ਸਾਇਰ ਤੋਂ ਭਾਵ ਸਮੁੰਦਰ। ਕਹਿੰਦੇ ਭਰੇ ਹੋਏ ਸਮੁੰਦਰਾਂ ਨੂੰ ਸੁੱਕ ਕੀ ਆਖ ਸਕਦੀ ਹੈ। ਸੁੱਕ ਭਾਵ ਕਿ ਗਰਮੀ ਕਹਿ ਲਈਏ, ਸੋਕਾ ਕਹਿ ਲਈਏ, ਕਿ ਉਹਨਾਂ ਦਾ ਜੋ ਭਰੇ ਰਹਿਣ ਦਾ ਸੁਭਾਅ ਹੈ ਉਹਨੂੰ ਸੋਕਾ ਜਾਂ ਗਰਮੀ ਘਟਾ ਨਹੀਂ ਸਕਦੇ, ਉਹ ਭਰੇ ਹੀ ਰਹਿਣਗੇ। ਨਾਨਕ ਸੱਚੇ ਨਾਮ ਕੀ, ਕੀਤੀ ਪੁੱਛਾ ਪੁੱਛ। ਕੀਤੀ ਪੁੱਛਾ ਪੁੱਛ ਭਾਵ ਕਿ ਅੰਤ ਨਹੀਂ ਪਾਇਆ ਜਾ ਸਕਦਾ। ਉਹਦੀ ਜੋ ਕਿੰਨੀ ਕੁ ਤਾਂਘ ਹੈ ਉਹ ਗੱਲ ਦੱਸੀ ਨਹੀਂ ਜਾ ਸਕਦੀ। ਕਿ ਜਿਸ ਤਰ੍ਹਾਂ ਕਿ ਇਹ ਸਾਰੀਆਂ ਉਦਾਹਰਣਾਂ ਗੁਰੂ ਜੀ ਨੇ ਪੇਸ਼ ਕੀਤੀਆਂ, ਉਸੇ ਤਰ੍ਹਾਂ ਹੀ ਪ੍ਰਮਾਤਮਾ ਦੇ ਨਾਮ ਦੇ ਵਿੱਚ ਜੋ ਇਨਸਾਨ ਲੱਗੇ ਹੋਏ ਨੇ, ਜਿਨ੍ਹਾਂ ਦਾ ਉਸ ਪ੍ਰਮਾਤਮਾ ਦੇ ਨਾਲ ਪ੍ਰੇਮ ਹੈ, ਉਹਦਾ ਨਾਮ ਉਹ ਜਿੰਨਾ ਵੀ ਜਪ ਲੈਣ, ਉਹਨਾਂ ਦੀ ਉਹ ਨਾਮ ਜਪਣ ਦੀ ਇੱਛਾ ਦੀ ਜੋ ਹੈ ਤ੍ਰਿਪਤੀ ਨਹੀਂ ਹੁੰਦੀ। ਉਹ ਇਹ ਨਹੀਂ ਹੈ, ਜਿਸ ਤਰ੍ਹਾਂ ਕਿ ਇੱਕ ਬਹੁਤ ਵਧੀਆ ਗੱਲ ਜੋ ਹੁਣੇ ਦਿਮਾਗ ਦੇ ਵਿੱਚ ਆਈ ਹੈ ਕਿ ਜੋ ਇਨਸਾਨ ਪਾਠ ਕਰਦੇ ਨੇ, ਉਹ ਡੇਲੀ ਸੁਬਾਹ ਪਾਠ ਕਰ ਲੈਂਦੇ ਨੇ, ਸ਼ਾਮ ਨੂੰ ਕਰ ਲੈਂਦੇ ਨੇ, ਤਾਂ ਸ਼ਾਇਦ ਆਪਣੇ ਆਪ ਨੂੰ ਤ੍ਰਿਪਤ ਕਰ ਲੈਂਦੇ ਨੇ। ਤਾਂ ਅਸੀਂ ਇਹ ਕਹਿ ਸਕਦੇ ਹਾਂ ਕਿ ਉਹ ਪੂਰੀ ਤਰ੍ਹਾਂ ਦੇ ਨਾਲ ਉਸ ਪਰਮਾਤਮਾ ਦੇ ਨਾਲ ਜੁੜੇ ਹੋਏ ਨਹੀਂ, ਕਿਉਂਕਿ ਜਿਹੜੇ ਪੂਰੀ ਤਰ੍ਹਾਂ ਦੇ ਨਾਲ ਉਸ ਪਰਮਾਤਮਾ ਦੇ ਨਾਮ 'ਚ ਜੁੜੇ ਹੋਏ ਨੇ, ਉਹਨਾਂ ਦੀ ਤੇ ਤ੍ਰਿਪਤੀ ਹੋ ਹੀ ਨਹੀਂ ਸਕਦੀ। ਉਹ ਤੇ ਭਾਵੇਂ ਸਾਰਾ ਦਿਨ ਪਾਠ ਕਰੀ ਜਾਣ, ਉਹਨਾਂ ਦੀ ਤ੍ਰਿਪਤੀ ਨਹੀਂ ਹੋਣੀ। ਉਹ ਸਦਾ ਉਸ ਪਰਮਾਤਮਾ ਦੇ ਨਾਮ ਦੇ ਵਿੱਚ ਹੀ ਲੱਗੇ ਰਹਿਣਗੇ। ਮਹਿਲਾ ਦੂਜਾ। ਨਿਹਫਲ ਤਸ ਜਨਮਸ, ਜਾਵਤ ਬ੍ਰਹਮ ਨਾ ਬਿੰਦਤੇ। ਸਾਗਰ ਸੰਸਾਰੈ ਗੁਰ ਪ੍ਰਸਾਦੀ ਤਰੈ ਕੇ। ਗੁਰੂ ਜੀ ਕਹਿੰਦੇ ਕਿ ਤਦ ਤੱਕ ਉਸ ਮਨੁੱਖ ਦਾ ਜਨਮ ਵਿਅਰਥ ਹੈ। ਨਿਹਫਲ ਤੋਂ ਭਾਵ ਵਿਅਰਥ, ਤਸ ਤੋਂ ਭਾਵ ਉਸ ਦਾ ਜਨਮ ਤਦ ਤੱਕ ਵਿਅਰਥ ਹੈ, ਜਾਵਤ ਯਾਨੀ ਕਿ ਜਦ ਤੱਕ, ਬ੍ਰਹਮ ਨਾ ਬਿੰਦਤੇ, ਬ੍ਰਹਮ ਤੋਂ ਭਾਵ ਉਹ ਪ੍ਰਮਾਤਮਾ, ਬਿੰਦਤੇ ਤੋਂ ਭਾਵ ਉਹਨੂੰ ਜਾਣਨਾ, ਉਹਦਾ ਸਿਮਰਨ ਕਰਨਾ, ਉਹਦੇ ਨਾਲ ਸਾਂਝ ਬਣਾਉਣੀ। ਕਿ ਜਦ ਤੱਕ ਮਨੁੱਖ ਉਸ ਪਰਮਾਤਮਾ ਨੂੰ ਪਛਾਣਦਾ ਨਹੀਂ, ਉਹਦੇ ਨਾਲ ਸਾਂਝ ਨਹੀਂ ਬਣਾਉਂਦਾ, ਤਦ ਤੱਕ ਉਹਦਾ ਜੋ ਜਨਮ ਹੈ ਉਹ ਵਿਅਰਥ ਹੈ। ਸਾਗਰ ਸੰਸਾਰ ਹੈ, ਇਹ ਜੋ ਸੰਸਾਰ ਸਾਗਰ ਹੈ, ਗੁਰ ਪ੍ਰਸਾਦੀ ਤਰੈ ਕੇ, ਇਹਨੂੰ ਗੁਰੂ ਦੇ ਸ਼ਬਦ ਦੇ ਵਿੱਚ ਜੁੜ ਕੇ ਹੀ ਤਰਿਆ ਜਾ ਸਕਦਾ ਹੈ। ਜਿਹੜੇ ਮਨੁੱਖ ਦੇ ਉੱਤੇ ਗੁਰੂ ਕਿਰਪਾ ਕਰਦਾ ਹੈ, ਉਹ ਇਸ ਸੰਸਾਰ ਸਮੁੰਦਰ ਤੋਂ ਪਾਰ ਲੰਘ ਜਾਂਦਾ ਹੈ। ਕਰਨ ਕਾਰਨ ਸਮਰੱਥ ਹੈ, ਕਹੋ ਨਾਨਕ ਵਿਚਾਰ। ਕਾਰਨ ਕਰਤੇ ਵਸ ਹੈ, ਜਿਨ ਕਲ ਰੱਖੀ ਧਾਰ। ਕਹਿੰਦੇ ਉਹ ਪਰਮਾਤਮਾ ਜੋ ਇਸ ਜਗਤ ਦਾ ਮੂਲ ਹੈ, ਜੋ ਸਾਰਾ ਕੁਝ ਕਰਨ ਦੇ ਸਮਰੱਥ ਹੈ। ਕਰਨ ਕਾਰਨ ਸਮਰੱਥ ਹੈ, ਕਾਰਨ ਕਰਤੇ ਵਸ ਹੈ। ਕਾਰਨ ਤੋਂ ਭਾਵ ਕਾਰਜ, ਇਸ ਜਗਤ ਨੂੰ ਬਣਾਉਣ ਦਾ ਕਾਰਜ। ਕਰਤਾ ਭਾਵ ਉਸ ਕਾਰਜ ਨੂੰ ਕਰਨ ਵਾਲਾ, ਭਾਵ ਕਿ ਇਸ ਜਗਤ ਦੀ ਜੋ ਰਚਨਾ ਹੈ ਉਹ ਉਸ ਪਰਮਾਤਮਾ ਦੇ ਵਸ ਹੈ। ਉਹ ਪਰਮਾਤਮਾ ਜਿਨ ਕਲ ਰੱਖੀ ਧਾਰ, ਕਿ ਜਿਹਨੇ ਆਪਣੀ ਜੋ ਕਲ ਹੈ, ਆਪਣੀ ਜੋ ਸੱਤਿਆ ਹੈ, ਇਸ ਪੂਰੇ ਸੰਸਾਰ ਦੇ ਵਿੱਚ ਟਿਕਾਈ ਹੋਈ ਹੈ। ਕਹੋ ਨਾਨਕ ਵਿਚਾਰ। ਕਹਿੰਦੇ ਹੇ ਨਾਨਕ, ਉਸ ਪਰਮਾਤਮਾ ਦਾ ਧਿਆਨ ਧਰ। ਕੁੱਲ ਮਿਲਾ ਕੇ ਇਹਨਾਂ ਪੰਕਤੀਆਂ ਦੇ ਵਿੱਚ ਗੁਰੂ ਜੀ ਨੇ ਸਾਨੂੰ ਪ੍ਰੇਰਿਤ ਕੀਤਾ ਹੈ ਕਿ ਅਸੀਂ ਉਸ ਪਰਮਾਤਮਾ ਦਾ ਧਿਆਨ ਧਰੀਏ, ਉਹਨੂੰ ਚੇਤੇ ਦੇ ਵਿੱਚ ਰੱਖੀਏ, ਜਿਨੇ ਕਿ ਇਹ ਸੰਸਾਰ ਬਣਾਇਆ ਹੈ, ਜੋ ਸਭ ਕੁਝ ਕਰਨ ਕਾਰਨ ਦੇ ਸਮਰੱਥ ਹੈ, ਜਿਹਦੇ ਨਾਮ ਸਿਮਰਨ ਤੋਂ ਬਿਨਾਂ ਸਾਡਾ ਜਨਮ ਵਿਅਰਥ ਹੈ।
ਉਹ ਵਿਅਰਥ ਵੀ ਇਵੇਂ ਹੀ ਹੈ ਜਿਵੇਂ ਕਿ ਅਸੀਂ ਪਹਿਲਾਂ ਵੀ ਕਈ ਵਾਰ ਗੱਲ ਕੀਤੀ ਹੈ ਕਿ ਅਸੀਂ ਆਪਣੇ ਮਨ ਨੂੰ ਉਸ ਪ੍ਰਕਾਰ ਦੀ ਸ਼ਾਂਤੀ ਹੀ ਮਹਿਸੂਸ ਨਹੀਂ ਕਰਵਾ ਸਕਦੇ ਜਿੰਨਾ ਚਿਰ ਅਸੀਂ ਉਸ ਪਰਮਾਤਮਾ ਦੇ ਨਾਲ ਸਾਂਝ ਨਹੀਂ ਪਾਉਂਦੇ। ਉਹ ਜੋ ਸ਼ਾਂਤੀ ਹੈ, ਉਹ ਜੋ ਚਿੰਤਾਵਾਂ ਤੋਂ ਮੁਕਤੀ ਹੈ, ਉਹਦੇ ਨਾਮ ਦੇ ਨਾਲ ਜੁੜਨ ਤੇ ਹੀ ਮਿਲਦੀ ਹੈ ਤੇ ਉਹਦਾ ਅਹਿਸਾਸ ਅਸੀਂ ਉਦੋਂ ਹੀ ਕਰ ਸਕਦੇ ਹਾਂ। ਬੋਲ ਕੇ ਉਸ ਅਹਿਸਾਸ ਨੂੰ ਬਿਆਨ ਨਹੀਂ ਕੀਤਾ ਜਾ ਸਕਦਾ। ਆਪਣੀ ਜ਼ਿੰਦਗੀ ਦੇ ਵਿੱਚ ਅਸੀਂ ਬਹੁਤ ਸਾਰੇ ਅਜਿਹੇ ਪਲਾਂ 'ਚੋਂ ਗੁਜ਼ਰਦੇ ਹਾਂ ਜਦੋਂ ਅਸੀਂ ਬੜੇ ਖੁਸ਼ ਹੁੰਦੇ ਹਾਂ, ਪਰ ਫਿਰ ਉਹ ਪਲ ਸਥਾਈ ਵੀ ਨਹੀਂ ਰਹਿੰਦੇ। ਫਿਰ ਤੋਂ ਅਜਿਹੇ ਪਲ ਆ ਜਾਂਦੇ ਨੇ ਜਦੋਂ ਅਸੀਂ ਚਿੰਤਾਵਾਂ ਦੇ ਵਿੱਚ ਫਿਰ ਤੋਂ ਗ੍ਰਸਤ ਹੋ ਜਾਂਦੇ ਹਾਂ। ਜਦੋਂ ਸਾਡੀ ਪਰਮਾਤਮਾ ਦੇ ਨਾਲ ਸਾਂਝ ਪੈ ਗਈ ਤਾਂ ਇਹ ਜੋ ਚੱਕਰ ਹੈ ਇਹ ਖਤਮ ਹੋ ਜਾਂਦਾ ਹੈ। ਸਾਡਾ ਮਨ ਇੱਕ ਸਥਾਈ ਅਵਸਥਾ ਦੇ ਵਿੱਚ ਪਹੁੰਚ ਜਾਂਦਾ ਹੈ ਜਿੱਥੇ ਸਾਨੂੰ ਦੁੱਖ ਨਹੀਂ ਲੱਗਦਾ ਤੇ ਸੁੱਖ ਨਹੀਂ ਲੱਗਦਾ। ਇੱਕ ਸਥਾਈ ਅਵਸਥਾ ਰਹਿੰਦੀ ਹੈ ਮਨ ਦੀ। ਹੁਣ ਸੁਣਨ ਨੂੰ ਜਾਂ ਮਹਿਸੂਸ ਕਰਨ ਨੂੰ ਸਾਨੂੰ ਇਦਾਂ ਮਹਿਸੂਸ ਹੋ ਸਕਦਾ ਹੈ ਕਿ ਜੇ ਸੁੱਖ ਨਾ ਲੱਗਿਆ ਤਾਂ ਅਸੀਂ ਖੁਸ਼ ਕਿਵੇਂ ਹੋਵਾਂਗੇ। ਪਰ ਉਹ ਮਾਨਸਿਕ ਸਥਿਤੀ ਜਿਸ ਦੀ ਇੱਥੇ ਗੱਲ ਕੀਤੀ ਜਾ ਰਹੀ ਹੈ ਉਹ ਅਜਿਹੀ ਹੈ ਜੋ ਸੁੱਖ ਦੇ ਅਹਿਸਾਸ ਤੋਂ ਵੀ ਉੱਤਮ ਹੈ। ਜਦੋਂ ਤੁਸੀਂ ਸੁੱਖ ਨੂੰ ਵੀ ਮਹਿਸੂਸ ਕਰ ਰਹੇ ਹੁੰਦੇ ਹੋ ਤਾਂ ਕਿਤੇ ਨਾ ਕਿਤੇ ਮਨ ਦੇ ਵਿੱਚ ਡਰ ਹੁੰਦਾ ਕਿ ਸੁੱਖ ਦੀ ਇਹ ਘੜੀ ਕਿਤੇ ਖੁੰਝ ਨਾ ਜਾਏ, ਕਿਤੇ ਖਤਮ ਨਾ ਹੋ ਜਾਏ। ਪਰ ਜਦੋਂ ਤੁਸੀਂ ਉਸ ਸਥਿਰਤਾ ਵਾਲੀ ਮਾਨਸਿਕ ਅਵਸਥਾ ਦੇ ਉੱਤੇ ਪਹੁੰਚ ਗਏ ਤਾਂ ਤੁਹਾਨੂੰ ਕਿਸੇ ਪ੍ਰਕਾਰ ਦਾ ਕੋਈ ਡਰ ਨਹੀਂ ਹੁੰਦਾ। ਤੁਹਾਨੂੰ ਇਹ ਫਿਕਰ ਨਹੀਂ ਹੁੰਦੀ ਕਿ ਇਹ ਘੜੀ ਖੁੱਸ ਨਾ ਜਾਏ, ਕਿਉਂਕਿ ਤੁਸੀਂ ਇਹ ਗੱਲ ਜਾਣ ਚੁੱਕੇ ਹੁੰਦੇ ਹੋ ਕਿ ਇਹ ਅਵਸਥਾ ਸਥਿਰ ਰਹਿਣ ਵਾਲੀ ਹੈ। ਫਿਰ ਤੁਸੀਂ ਸੁੱਖਾਂ ਦੀ ਤਾਂਘ ਨਹੀਂ ਕਰਦੇ ਤੇ ਫਿਰ ਤੁਸੀਂ ਦੁੱਖਾਂ ਤੋਂ ਡਰਦੇ ਵੀ ਨਹੀਂ। ਇਹ ਫਾਇਦਾ ਹੈ ਉਸ ਪਰਮਾਤਮਾ ਦੇ ਨਾਮ ਸਿਮਰਨ ਦਾ, ਉਹਦੇ ਨਾਲ ਸਾਂਝ ਪਾਉਣ ਦਾ। ਜਦੋਂ ਅਸੀਂ ਪਾਠ ਵੀ ਕਰਦੇ ਹਾਂ ਤਾਂ ਸਾਡੀ ਇਹੀ ਕੋਸ਼ਿਸ਼ ਹੋਣੀ ਚਾਹੀਦੀ ਹੈ ਕਿ ਸਾਡੀ ਉਹ ਵਿਰਤੀ ਉੱਦਾਂ ਦੀ ਬਣ ਜਾਏ, ਸਾਡੀ ਸਾਂਝ ਉਸ ਪਰਮਾਤਮਾ ਦੇ ਨਾਲ ਉਸ ਪ੍ਰਕਾਰ ਦੀ ਬਣ ਜਾਏ। ਇਹੀ ਨਾ ਹੋਵੇ ਕਿ ਪਾਠ ਕਰਨ ਦੀ ਜੋ ਪ੍ਰਕਿਰਿਆ ਹੈ ਉਹ ਸਾਡੇ ਲਈ ਇੱਕ ਪ੍ਰਕਿਰਿਆ ਹੀ ਬਣ ਕੇ ਰਹਿ ਜਾਏ। ਉਹਦਾ ਜੋ ਅਸਲ ਲਾਹਾ ਹੈ ਅਸੀਂ ਉਹ ਲੈਣ ਦੀ ਕੋਸ਼ਿਸ਼ ਕਰਨੀ ਹੈ। ਅਸੀਂ ਇਹ ਮਹਿਸੂਸ ਕਰੀਏ ਪਾਠ ਕਰਦੇ ਹੋਏ ਕਿ ਅਸੀਂ ਉਸ ਪਰਮਾਤਮਾ ਦਾ ਗੁਣਗਾਨ ਕਰ ਰਹੇ ਹਾਂ, ਅਸੀਂ ਉਸ ਪਰਮਾਤਮਾ ਦੇ ਗੁਣਾਂ ਦੀ ਵਾਹ ਕਰ ਰਹੇ ਹਾਂ। ਅੱਗੇ ਵੱਧਦੇ ਹਾਂ। ਪੌੜੀ। ਖਸਮੈ ਕੈ ਦਰਬਾਰ ਢਾਡੀ ਵਸਿਆ, ਸੱਚਾ ਖਸਮ ਕਲਾਣ ਕਮਲ ਵਿਗਸਿਆ। ਢਾਡੀ ਤੋਂ ਭਾਵ ਸਿਫਤ ਸਲਾਹ ਕਰਨ ਵਾਲਾ, ਪਰਮਾਤਮਾ ਦੇ ਗੁਣ ਗਾਉਣ ਵਾਲਾ। ਕਿ ਜਿਹੜਾ ਮਨੁੱਖ ਪਰਮਾਤਮਾ ਦੀ ਸਿਫਤ ਸਲਾਹ ਕਰਦਾ ਹੈ ਉਹ ਮਾਲਕ ਦੀ ਹਜ਼ੂਰੀ ਦੇ ਵਿੱਚ ਸਦਾ ਵਸਦਾ ਹੈ। ਸੱਚਾ ਖਸਮ ਕਲਾਣ ਕਮਲ ਵਿਗਸਿਆ। ਸਦਾ ਕਾਇਮ ਰਹਿਣ ਵਾਲੇ ਖਸਮ ਨੂੰ ਸਲਾਹ ਕੇ ਉਹਦੇ ਹਿਰਦੇ ਦਾ ਕਮਲ ਦਾ ਜੋ ਫੁੱਲ ਹੈ ਉਹ ਖਿੜ ਜਾਂਦਾ ਹੈ। ਭਾਵ ਉਹਦਾ ਹਿਰਦਾ ਜੋ ਹੈ ਕਮਲ ਫੁੱਲ ਵਾਂਗ ਖਿੜ ਜਾਂਦਾ ਹੈ। ਜੋ ਕਮਲ ਦਾ ਫੁੱਲ ਹੈ ਅਸੀਂ ਸਾਰੇ ਜਾਣਦੇ ਹਾਂ ਗੰਦੇ ਪਾਣੀ ਦੇ ਵਿੱਚ ਵੀ ਖਿੜਦਾ ਹੈ। ਤੇ ਉਸੇ ਤਰ੍ਹਾਂ ਹੀ ਜਿਹੜੇ ਮਨੁੱਖ ਨੇ ਪਰਮਾਤਮਾ ਦੇ ਨਾਲ ਸਾਂਝ ਬਣਾਈ ਹੁੰਦੀ ਹੈ ਉਹ ਵਿਕਾਰਾਂ ਨਾਲ ਭਰੇ ਹੋਏ ਇਸ ਸੰਸਾਰ ਦੇ ਵਿੱਚ ਵੀ ਖਿੜਿਆ ਰਹਿੰਦਾ ਹੈ। ਖਸਮਹੁ ਪੂਰਾ ਪਾਏ ਮਨੋ ਰਹੱਸਿਆ। ਜਿਹੜਾ ਮਨੁੱਖ ਉਸ ਪਰਮਾਤਮਾ ਨੂੰ ਹਾਸਲ ਕਰ ਲੈਂਦਾ ਹੈ ਉਹ ਪੂਰਨ ਮਾਨਸਿਕ ਅਵਸਥਾ ਨੂੰ ਵੀ ਹਾਸਲ ਕਰ ਲੈਂਦਾ ਹੈ ਤੇ ਸਦਾ ਖਿੜਿਆ ਰਹਿੰਦਾ ਹੈ। ਉਹੀ ਪੂਰਨ ਮਾਨਸਿਕ ਅਵਸਥਾ ਜਿਹਦੀ ਕਿ ਅਸੀਂ ਪਿਛਲੀਆਂ ਪੰਕਤੀਆਂ ਦੇ ਵਿੱਚ ਗੱਲ ਕਰ ਚੁੱਕੇ ਹਾਂ। ਦੁਸ਼ਮਨ ਕੱਢੇ ਮਾਰ ਸੱਜਣ ਸਰਸਿਆ। ਦੁਸ਼ਮਨ ਭਾਵ ਕਿ ਜੋ ਵਿਕਾਰ ਨੇ, ਕਹਿੰਦੇ ਉਹ ਮਨੁੱਖ ਵਿਕਾਰਾਂ ਨੂੰ ਆਪਣੇ ਅੰਦਰੋਂ ਕੱਢ ਕੇ ਮਾਰ ਦਿੰਦਾ ਹੈ। ਸੱਜਣ ਭਾਵ ਸਾਡੇ ਜੋ ਗਿਆਨ ਇੰਦਰੇ ਨੇ, ਤੇ ਸਰਸਿਆ ਤੋਂ ਭਾਵ ਟਹਿਕ ਪੈਣਾ, ਖਿੜੇ ਰਹਿਣਾ, ਕਿ ਸਾਡੇ ਗਿਆਨ ਇੰਦਰੇ ਵੀ ਖਿੜੇ ਰਹਿੰਦੇ ਨੇ। ਉਹ ਗਿਆਨ ਇੰਦਰੇ ਸੱਚਾ ਸਤਿਗੁਰ ਸੇਵਨ, ਉਸ ਸੱਚੇ ਸਤਿਗੁਰੂ ਦੀ ਸੇਵਾ ਕਰਦੇ ਨੇ। ਸੱਚਾ ਮਾਰਗ ਦੱਸਿਆ, ਜਿਹਨੇ ਕਿ ਸੱਚਾ ਰਾਹ ਦੱਸਿਆ ਹੈ ਜ਼ਿੰਦਗੀ ਨੂੰ ਜਿਉਣ ਦਾ। ਸੱਚਾ ਸ਼ਬਦ ਵਿਚਾਰ ਕਾਲ ਵਿਦੌਸਿਆ। ਸੱਚਾ ਸ਼ਬਦ ਭਾਵ ਉਸ ਪਰਮਾਤਮਾ ਦਾ ਨਾਮ, ਉਸ ਸੱਚੇ ਗੁਰੂ ਦੀ ਦੱਸੀ ਹੋਈ ਸੇਵਾ ਜਦੋਂ ਅਸੀਂ ਕਰਦੇ ਹਾਂ, ਉਹਦੇ ਵਿਚਾਰਾਂ ਨੂੰ, ਉਹਦੀਆਂ ਸਿੱਖਿਆਵਾਂ ਨੂੰ ਸੁਣ ਕੇ ਆਪਣੀ ਜ਼ਿੰਦਗੀ ਦੇ ਵਿੱਚ ਲਾਗੂ ਕਰਦੇ ਹਾਂ ਤਾਂ ਕਾਲ ਤੋਂ ਭਾਵ ਆਤਮਿਕ ਮੌਤ ਤੇ ਵਿਦੌਸਿਆ ਤੋਂ ਭਾਵ ਨਾਸ ਕਰ ਦੇਣਾ, ਤਾਂ ਅਸੀਂ ਜੋ ਆਤਮਿਕ ਮੌਤ ਹੈ ਉਹਦਾ ਡਰ ਖਤਮ ਕਰ ਲੈਂਦੇ ਹਾਂ, ਉਹਨੂੰ ਮਾਰ ਲੈਂਦੇ ਹਾਂ, ਉਹਦਾ ਨਾਸ ਕਰ ਲੈਂਦੇ ਹਾਂ। ਢਾਡੀ ਕੱਥੇ ਅਕੱਥ ਸ਼ਬਦ ਸਵਾਰਿਆ। ਗੁਰੂ ਦੇ ਸ਼ਬਦ ਦਾ ਸਵਾਰਿਆ ਹੋਇਆ ਢਾਡੀ ਉਸ ਅਕੱਥ ਪਰਮਾਤਮਾ ਦੇ ਗੁਣ ਗਾਉਂਦਾ ਹੈ। ਨਾਨਕ ਗੁਣ ਗਏ ਰਾਸ ਹਰ ਜੀਓ ਮਿਲੇ ਪਿਆਰਿਆ। ਹੈ ਨਾਨਕ, ਪਰਮਾਤਮਾ ਦੇ ਗੁਣਾਂ ਦੀ ਪੂੰਜੀ ਇਕੱਠੀ ਕਰਕੇ ਉਹ ਮਨੁੱਖ ਉਸ ਪਰਮਾਤਮਾ ਨੂੰ ਮਿਲ ਪੈਂਦਾ ਹੈ, ਉਹਦੇ ਨਾਲ ਸਾਂਝ ਬਣਾ ਲੈਂਦਾ ਹੈ। ਸੋ ਇਸ ਦੇ ਨਾਲ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 148ਵੇਂ ਅੰਗ ਦੀ ਵਿਆਖਿਆ ਦੀ ਸਮਾਪਤੀ ਹੁੰਦੀ ਹੈ ਜੀ।
ਅੱਜ ਦੀ ਬਾਣੀ ਦੇ ਵਿੱਚੋਂ ਅਸੀਂ ਫਿਰ ਉਸ ਮਾਨਸਿਕ ਅਵਸਥਾ ਦੀ ਗੱਲ ਕੀਤੀ, ਉਸ ਪਰਮਾਤਮਾ ਦੇ ਗੁਣਾਂ ਦੀ ਗੱਲ ਕੀਤੀ, ਉਸ ਪਰਮਾਤਮਾ ਦੇ ਭਗਤਾਂ ਦੀ ਗੱਲ ਕੀਤੀ ਜਿਹੜੇ ਕਿ ਤ੍ਰਿਪਤ ਨਹੀਂ ਹੁੰਦੇ ਉਹਦਾ ਨਾਮ ਜਪ ਜਪ ਕੇ। ਇੰਨੀ ਉਹਨਾਂ ਦੇ ਅੰਦਰ ਉਸ ਪਰਮਾਤਮਾ ਦੇ ਪ੍ਰਤੀ ਇੱਜ਼ਤ ਹੈ, ਪਿਆਰ ਹੈ, ਸਤਿਕਾਰ ਹੈ, ਉਹਦੇ ਨਾਮ ਦੇ ਪ੍ਰਤੀ ਤਾਂਘ ਹੈ। ਤੇ ਕਿਸ ਤਰ੍ਹਾਂ ਉਹਦੇ ਨਾਮ ਦੇ ਵਿੱਚ ਜੁੜੇ ਹੋਏ ਮਨੁੱਖ ਇਸ ਵਿਕਾਰਾਂ ਭਰੇ ਸੰਸਾਰ ਦੇ ਵਿੱਚ ਵੀ ਕਮਲ ਫੁੱਲ ਦੇ ਵਾਂਗੂ ਖਿੜੇ ਰਹਿੰਦੇ ਨੇ, ਆਪਣੇ ਅੰਦਰੋਂ ਵਿਕਾਰਾਂ ਦੇ ਦੁਸ਼ਮਣਾਂ ਨੂੰ ਮਾਰ ਕੇ ਉਸ ਪਰਮਾਤਮਾ ਦੇ ਨਾਮ ਰੂਪੀ ਸੱਜਣਾ ਨੂੰ ਜਗ੍ਹਾ ਦਿੰਦੇ ਨੇ। ਉਮੀਦ ਕਰਦੇ ਹਾਂ ਤੁਸੀਂ ਇਸ ਵੀਡੀਓ ਤੋਂ ਕੁਝ ਨਾ ਕੁਝ ਜ਼ਰੂਰ ਸਿੱਖਿਆ ਹੋਵੇਗਾ, ਤੁਹਾਡੀ ਜ਼ਿੰਦਗੀ ਨੂੰ ਕੋਈ ਨਾ ਕੋਈ ਦਿਸ਼ਾ ਜ਼ਰੂਰ ਮਿਲੀ ਹੋਵੇਗੀ। ਜੇਕਰ ਇਹ ਗੱਲ ਚੰਗੀ ਲੱਗੀ ਹੋਵੇ, ਜੇਕਰ ਤੁਸੀਂ ਕੁਝ ਸਿੱਖਿਆ ਹੋਵੇ ਤਾਂ ਵੀਡੀਓ ਨੂੰ ਅੱਗੇ ਜ਼ਰੂਰ ਸ਼ੇਅਰ ਕਰ ਦਿਓ ਤਾਂ ਕਿ ਹੋਰ ਲੋਕ ਵੀ ਗੁਰੂ ਦੀ ਬਾਣੀ ਦੇ ਨਾਲ ਜੁੜ ਕੇ ਇਸ ਇਲਾਹੀ ਬਾਣੀ ਦਾ ਲਾਹਾ ਉਠਾ ਸਕਣ, ਬਾਣੀ ਦੇ ਜੋ ਅਸਲ ਅਰਥ ਨੇ ਉਹਨਾਂ ਨੂੰ ਸਮਝ ਸਕਣ। ਇਸੇ ਸੰਦੇਸ਼ ਦੇ ਨਾਲ ਹੀ ਫਤਿਹ ਕਬੂਲ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।